ਤੇ ਬਹੁਤ ਵਾਰੀ ਜਦੋਂ ਤੁਹਾਡੇ ਬਾਰੇ ਵੀ ਕੋਈ ਗੱਲ ਹੁੰਦੀ ਆ ਤਾਂ ਤੁਹਾਡੀ ਨੌਕਰੀ ਦੇ ਨਾਲ ਤੁਹਾਨੂੰ ਜੋੜਿਆ ਜਾਂਦਾ ਕਿ ਤੁਸੀਂ ਉਹਦੇ ਬਾਰੇ ਸੁਣਿਆ, ਉਹ ਜਿਹੜੇ ਡਾਕਟਰ ਆ ਉਹ ਇੱਦਾਂ ਤੁਹਾਡੇ ਨਾਲ ਜੁੜ ਜਾਂਦੀ ਆ ਉਹ ਚੀਜ਼। ਕਿ ਫੋਰ ਐਗਜ਼ਾਮਪਲ ਜੇ ਮੈਂ ਆਪਣੇ ਆਪ ਨੂੰ ਇੰਟਰੋਡਿਊਸ ਕਰਦੀ ਹਾਂ ਕਿ ਮੈਂ ਟੀਚਰ ਹਾਂ, ਤੁਹਾਨੂੰ ਮੇਰੇ ਬਾਰੇ ਦੋ ਚੀਜ਼ਾਂ ਜਦ ਹੀ ਪਤਾ ਲੱਗ ਜਾਂਦੀਆਂ। ਇੱਕ, ਮੈਂ ਕਿੰਨਾ ਕੁ ਕਮਾਉਂਦੀ ਹੋਊਂਗੀ ਅਪਰੋਕਸੀਮੇਟਲੀ ਮੇਰੀ ਇਨਕਮ, ਤੇ ਦੂਸਰਾ ਕਿ ਮੈਂ ਕਿੰਨੀ ਪੜ੍ਹੀ ਲਿਖੀ ਹੋਊਂਗੀ, ਮੇਰੀ ਐਜੂਕੇਸ਼ਨ। ਹਾਂਜੀ, ਇੱਕ ਪ੍ਰੋਫੈਸ਼ਨ ਇਹੋ ਜਿਹਾ ਹਾਂਜੀ ਜਿਹਦੇ ਚ ਬੜੇ ਅੱਛੇ ਇਨਸਾਨ ਕੰਮ ਕਰਦੇ ਆ, ਬਿਲਕੁਲ, ਲੇਕਿਨ ਉਹ ਬਦਨਾਮ ਨੇ। ਉਹ ਪ੍ਰੋਫੈਸ਼ਨ ਉਸ ਵਿਅਕਤੀ ਕਰਕੇ ਬਦਨਾਮ ਨਹੀਂ ਹੋਇਆ, ਉਹ ਵੈਸੇ ਹੀ ਬਦਨਾਮ ਬਿਜ਼ਨਸ ਨੇ। ਇਹੋ ਜਿਹੇ ਵੀ ਹੈਗੇ ਕਈ। ਜੇ ਤੁਸੀਂ ਦੱਸ ਦਿੰਦੇ ਹੋ ਜੀ ਮੈਂ ਤਾਂ ਉਹਦੇ 'ਚ ਕੰਮ ਕਰਦਾ, ਫਿਰ ਉਹ ਤੁਹਾਨੂੰ ਉਸ ਤਰੀਕੇ ਨਾਲ ਨਾਪਦੇ ਆ, ਤੋਲਦੇ ਆ, ਤੇ ਫਿਰ ਆਪਣਾ ਰਵੱਈਆ ਉਹ ਵੱਖਰਾ ਅਖਤਿਆਰ ਕਰ ਲੈਂਦੇ। ਪਰ ਹੁਣ ਜਿਹੜੀ ਤੁਹਾਡੀ ਯੰਗਰ ਜਨਰੇਸ਼ਨ ਆ, ਮੇਰਾ ਖਿਆਲ ਹੈ ਇਹਨਾਂ ਨੇ ਇਹ ਹੱਦਬੰਦੇ ਜਿਹੜੀਆਂ ਸੀ ਉਹ ਪਾਰ ਕਰ ਦਿੱਤੀਆਂ। ਉਹ ਨਹੀਂ ਦੇਖਦੇ ਕਿ ਇਹਦਾ ਪ੍ਰੋਫੈਸ਼ਨ ਕੀ ਆ, ਉਹ ਦੇਖਦੇ ਆ ਕਿ ਬੰਦਾ ਕਿੰਨਾ ਕੁ ਚੰਗਾ ਹੈ, ਕਿੰਨਾ ਕੁ ਕੰਪੈਸ਼ਨੇਟ ਆ, ਕਿੰਨਾ ਕੁ ਓਨੈਸਟ ਆ, ਕਿੰਨਾ ਕੁ ਕੇਅਰਿੰਗ ਆ, ਮੈਂ ਇਹਦੇ ਵਿਸ਼ਵਾਸ ਕਰ ਸਕਦੀ ਹਾਂ ਜਾਂ ਨਹੀਂ ਕਰ ਸਕਦੀ, ਇਹ ਭਰੋਸੇਯੋਗ ਬੰਦਾ ਜਾਂ ਨਹੀਂ। ਪਹਿਲਾਂ ਤਾਂ ਪਤਾ ਸੀ ਵੀ ਸਰਕਾਰੀ ਨੌਕਰੀ ਲੱਗੀ ਹੋਈ ਹੈ, ਸਰਕਾਰੀ ਨੌਕਰੀ ਹੀ ਰਹਿਣੀ ਆ। ਹਾਂਜੀ, ਐਗਜ਼ੈਕਟਲੀ। ਹੁਣ ਤੁਸੀਂ ਕਿਸੇ ਡਾਕਟਰ ਨਾਲ ਵਿਆਹ ਕਰਾਓਗੇ, ਹੋ ਸਕਦਾ ਕਿ ਸਿੰਗਰ ਬਣ ਜਾਵੇ ਉਹ 5 ਸਾਲਾਂ ਬਾਅਦ, ਰਾਈਟ? ਐਨੀਥਿੰਗ ਕੁਡ ਹੈਪਨ, ਕੁਛ ਵੀ ਹੋ ਸਕਦਾ ਆ। ਸੋ ਨੌਕਰੀ ਦੇ ਭਰੋਸੇ ਤੁਸੀਂ ਕਿਸੇ ਨਾਲ ਯੂ ਆਰ ਨੋ ਲੋਂਗਰ ਟਾਈਡ ਟੂ ਦੈਮ ਔਨ ਦੈਟ। ਹੁਣ ਤੁਸੀਂ ਸੋਚਦੇ ਹੋ ਕਿ ਇਹ ਇਨਸਾਨ ਕਿਹੋ ਜਿਹਾ। ਕਿਉਂ ਉਹ ਸਟੱਡੀ ਵਿੱਚ ਉਹਨਾਂ ਨੇ ਇਹ ਪਾਇਆ ਕਿ 1000 ਬੰਦਿਆਂ ਵਿੱਚੋਂ ਜ਼ਿਆਦਾਤਰ ਬੰਦੇ ਇਹੀ ਚੀਜ਼ ਭਾਲਦੇ ਆ ਦੂਜੇ ਇਨਸਾਨ ਦੇ ਵਿੱਚ, ਵੀ ਉਹਦੇ ਵਿੱਚ ਅਬਿਲਿਟੀਜ਼ ਤੇ ਟੈਲੈਂਟਸ ਕਿਹੜੇ ਆ, ਉਹ ਕਿਹੜੀਆਂ ਚੀਜ਼ਾਂ ਪੈਸ਼ਨ ਦੇ ਜ਼ਰੀਏ, ਇੰਟਰਸਟ ਦੇ ਜ਼ਰੀਏ ਵਧੀਆ ਕਰ ਸਕਦੇ ਆ, ਨਾ ਕਿ ਉਹਨਾਂ ਦੀ ਨੌਕਰੀ। The Harjinder Thin Show। ਨੈਨਾ ਗਰੇਵਾਲ ਜੀ ਸਾਡੇ ਮਹਿਮਾਨ ਨੇ। ਉਹਨਾਂ ਨਾਲ ਜਿਹੜੀ ਗੱਲਬਾਤ ਹੋਏਗੀ ਉਹ ਜਿਹੜੀਆਂ ਜੌਬਸ ਅਸੀਂ ਕਰਦੇ ਹਾਂ ਅਤੇ ਪੜ੍ਹਾਈ ਲਿਖਾਈ ਦੇ ਹਿਸਾਬ ਨਾਲ ਉਹਨਾਂ ਜੌਬਸ ਦਾ ਸਟੇਟਸ ਕੀ ਆ, ਅਤੇ ਮਨੁੱਖ ਦੀ ਜਿਹੜੀ ਹੋਂਦ ਹੈ ਉਹਦੀ ਆਈਡੈਂਟਿਟੀ ਹੈ, ਜਿਹੜੀ ਉਹਦੀ ਸ਼ਨਾਖਤ ਕਿਵੇਂ ਕੀਤੀ ਜਾਂਦੀ ਹੈ। ਆਮ ਤੌਰ ਦੇ ਉੱਤੇ ਲੋਕ ਆਪਣੀ ਨੌਕਰੀ ਦੇ ਨਾਲ ਇੰਨਾ ਰਚ ਮਿਚ ਜਾਂਦੇ ਨੇ, ਉਸ ਦਾ ਹਿੱਸਾ ਬਣ ਜਾਂਦੇ ਨੇ ਕਿ ਉਹਨਾਂ ਦਾ ਇਮੇਜ ਉਸ ਦੀ ਨੌਕਰੀ ਦੇ ਨਾਲ ਹੀ ਸਮਾਜ ਦੇ ਵਿੱਚ ਘਿਆਸਿਆ ਜਾਂਦਾ ਹੈ। ਲੇਕਿਨ ਹੁਣ ਲੇਟਲੀ ਯੰਗਰ ਜਨਰੇਸ਼ਨ ਦੇ ਵਿੱਚ ਇਹ ਨਹੀਂ ਕਿ ਵੱਧ ਪੜ੍ਹਾਈ ਦੇ ਨਾਲ ਦਾ ਮਤਲਬ ਇਹ ਹੈ ਕਿ ਜੇ ਤੁਸੀਂ ਵੱਧ ਪੜ੍ਹੇ ਲਿਖੇ ਹੋ ਤਾਂ ਵੱਧ ਪੈਸੇ ਕਮਾਉਂਦੇ ਹੋ, ਕਿਉਂਕਿ ਤੁਹਾਡੀ ਪੜ੍ਹਾਈ ਲਿਖਾਈ ਜ਼ਿਆਦਾ, ਇਸ ਕਰਕੇ ਤੁਹਾਡੇ ਕੋਲ ਵਧੀਆ ਨੌਕਰੀ ਹੋਏਗੀ। ਹੁਣ ਇਹ ਜਿਹੜਾ ਕ੍ਰਾਈਟੇਰੀਆ ਸੀ ਇਹ ਟੁੱਟ ਰਿਹਾ ਹੈ। ਹੁਣ ਡਾਕਟਰਸ ਦੀ ਜਿਹੜੇ ਬਾਕੀ ਜਿੱਥੇ ਉਹਨਾਂ ਦੀਆਂ ਸੇਵਾਵਾਂ ਨੇ ਉੱਥੇ ਉਹਨਾਂ ਦੀ ਆਮਦਨ ਬਹੁਤ ਹੈ, ਔਰ ਆਰਡੀਨਰੀ ਜਿਹੜਾ ਡਾਕਟਰ ਹੈ, ਕਈ ਸੀਨੀਅਰ ਡਾਕਟਰ $500,000 ਤੋਂ ਵੱਧ ਬਣਾਉਂਦੇ ਨੇ, ਔਰ $2 ਲੱਖ ਵੀ ਬਣਾਉਣ ਵਾਲੇ ਨੇ। ਪਰ ਜਿਹੜੀ ਨਵੀਂ ਜਨਰੇਸ਼ਨ ਆਈ ਆ ਉਹ ਕਿਸੇ ਵਿਅਕਤੀ ਦੇ ਵੀ ਇਹ ਡਾਕਟਰ ਹੈ ਜਾਂ ਇੰਜੀਨੀਅਰ ਹੈ ਜਾਂ ਕੋਈ, ਉਹ ਇਹ ਨਹੀਂ ਵੇਖਦੇ ਕਿ ਇਹਦੀ ਜੌਬ ਕਿਹੋ ਜਿਹੀ ਹੈ ਅਤੇ ਉਹਦੀ ਡੈਫੀਨੇਸ਼ਨ ਫਿਰ ਉਸ ਦੇ ਮੁਤਾਬਕ ਤੈਅ ਕਰਨ। ਸਗੋਂ ਉਹ ਇਹ ਵੇਖਦੇ ਨੇ ਕਿ ਇਹ ਵਿਅਕਤੀ ਕਿਹੋ ਜਿਹਾ, ਇਹਦੀ ਸ਼ਖਸੀਅਤ ਕਿਹੋ ਜਿਹੀ ਹੈ। ਔਰ ਜਿਹੜਾ ਕੁਛ ਨੌਕਰੀਆਂ ਦੇ ਨਾਲ ਕੁਝ ਵਿਅਕਤੀਆਂ ਦਾ ਨਾਂ ਜੁੜ ਗਿਆ ਔਰ ਉਹ ਤੋਂ ਵੱਖ ਕਰਕੇ ਕਿਸੇ ਵਿਅਕਤੀ ਨੂੰ ਵੇਖ ਸਕਣਾ, ਉਹਦੀ ਆਈਡੈਂਟੀਟੀ, ਰੀਅਲ ਆਈਡੈਂਟਿਟੀ ਕੀ ਹੈ, ਇਹਦੇ ਬਾਰੇ ਅੱਜ ਗੱਲਬਾਤ ਹੋਏਗੀ। ਜੀ ਆਇਆਂ ਨੂੰ ਨੈਨਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ। ਥੈਂਕ ਯੂ ਮਿਸਟਰ ਥਿਨ। ਸਤਿ ਸ਼੍ਰੀ ਅਕਾਲ, ਅਤੇ ਸੁਣਨ ਵਾਲਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਟ੍ਰੈਡੀਸ਼ਨਲ ਪ੍ਰੈਕਟਿਸ ਕੀ ਰਹੀ ਇੱਕ ਵਿਅਕਤੀ ਦੀ ਨੌਕਰੀ ਬਾਰੇ? ਸੋ ਟ੍ਰੈਡੀਸ਼ਨਲੀ ਸਪੀਕਿੰਗ ਮਿਸਟਰ ਥਿਨ, ਜਦੋਂ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਉਦੋਂ ਜ਼ਿਆਦਾ ਪੜ੍ਹਾਈ ਲਿਖਾਈ ਨਹੀਂ ਹੁੰਦੀ ਸੀਗੀ। ਜੋ ਵੀ ਤੁਹਾਡੇ ਫਾਦਰ ਸਾਹਿਬ ਕਰਦੇ ਸੀਗੇ ਜਾਂ ਤੁਹਾਡੇ ਘਰ ਦੇ ਵਿੱਚ ਜੋ ਚੀਜ਼ ਚੱਲਦੀ ਆਉਂਦੀ ਸੀ, ਤੁਸੀਂ ਉਸੇ ਏਰੀਆ ਦੇ ਵਿੱਚ ਜਾਂਦੇ ਸੀ। ਕਾਰਪੈਂਟਰ ਦਾ ਮੁੰਡਾ ਜਾਂ ਕੁੜੀ ਕਾਰਪੈਂਟਰੀ ਵਿੱਚ ਜ਼ਿਆਦਾਤਰ ਜਾਂਦੇ ਸੀਗੇ, ਐਂਡ ਸੋ ਔਨ ਐਂਡ ਸੋ ਫੋਰਥ। ਪਰ ਜਿਉਂ-ਜਿਉਂ ਐਕਸੈਸਿਬਿਲਿਟੀ ਟੂ ਐਜੂਕੇਸ਼ਨ ਵੱਧਦੀ ਰਹੀ, ਯਾਨੀ ਕਿ ਜਿਹੜੀ ਪੜ੍ਹਾਈ ਆ, ਜ਼ਿਆਦਾ ਲੋਕ ਪੜ੍ਹਾਈ ਕਰ ਸਕਦੇ ਸੀ, ਸਕੂਲ ਜਾ ਸਕਦੇ ਸੀ, ਯੂਨੀਵਰਸਿਟੀਜ਼ ਜਾ ਸਕਦੇ ਸੀ, ਉਹਦੇ ਨਾਲ ਜਿਹੜੀ ਐਜੂਕੇਸ਼ਨ ਆ, ਪੜ੍ਹਾਈ ਲਿਖਾਈ ਆ, ਉਹਦੀ ਪਰਿਭਾਸ਼ਾ ਵੀ ਬਦਲਦੀ ਰਹੀ। ਅਤੇ ਹੁਣ ਕਿਉਂਕਿ ਆਪਾਂ ਚੁਣ ਸਕਦੇ ਹਾਂ ਕਿ ਅਸੀਂ ਕੀ ਪੜ੍ਹਨਾ ਚਾਹੁੰਦੇ ਹਾਂ, ਉਹਦੇ ਨਾਲ ਕੀ ਹੋਇਆ, ਜਿਹੜੀਆਂ ਇਨਕਮ ਟੀਅਰਸ ਨੇ, ਪਹਿਲਾਂ ਜ਼ਿਆਦਾ ਇਨਕਮ ਟੀਅਰਸ ਨਹੀਂ ਹੁੰਦੀਆਂ ਸੀ, ਪਰ ਹੁਣ ਬਹੁਤ ਜ਼ਿਆਦਾ ਟੀਅਰਸ ਆ। ਸੋ ਵੱਖਰੀ ਤਰ੍ਹਾਂ ਦੀ ਤੁਸੀਂ ਇਨਕਮ ਬਣਾ ਸਕਦੇ ਹੋ, ਬਹੁਤ ਵੇਰੀਏਸ਼ਨ ਆ ਹੁਣ ਇਨਕਮ ਦੇ ਵਿੱਚ। ਫਿਰ ਉਸ ਚੀਜ਼ ਦੇ ਨਾਲ ਆਪਣੀ ਆਈਡੈਂਟਿਟੀ
ਜੁੜਦੀ ਰਹੀ। ਪਰ ਹੁਣ ਇਹ ਚੀਜ਼ ਚੇਂਜ ਹੋ ਰਹੀ ਆ ਹੌਲੀ ਹੌਲੀ, ਪਰ ਹਲੇ ਵੀ ਇਹ ਬਹੁਤ ਜ਼ਿਆਦਾ ਪ੍ਰਫੁੱਲਿਤ ਹੈਗੀ ਆ ਚੀਜ਼। ਕਿਉਂਕਿ ਤੁਸੀਂ ਆਪ ਹੀ ਸੋਚੋ, ਜਦੋਂ ਤੁਸੀਂ ਕਿਸੇ ਨੂੰ ਵੀ ਮਿਲਦੇ ਹੋ, ਕੋਈ ਵੀ ਨਵਾਂ ਇਨਸਾਨ ਹੋਵੇ, ਪਹਿਲੀ ਚੀਜ਼ ਤੁਸੀਂ ਉਹਨੂੰ ਇਹੀ ਪੁੱਛਦੇ ਹੋ, ਵਾਟ ਡੂ ਯੂ ਡੂ, ਤੁਸੀਂ ਕੀ ਕਰਦੇ ਹੋ। Yeah. ਤੇ ਤੁਹਾਨੂੰ ਵੀ ਇਹੀ ਪੁੱਛਿਆ ਜਾਂਦਾ ਕਿ ਤੁਸੀਂ ਕੀ ਕਰਦੇ ਹੋ। ਤੇ ਜਿਉਂ-ਜਿਉਂ ਤੁਹਾਡੀ ਉਮਰ ਵੱਧਦੀ ਜਾਂਦੀ ਆ, ਇਹ ਜ਼ਿਆਦਾ ਹੋਰ ਤਕੜੀ ਚੀਜ਼ ਹੋ ਜਾਂਦੀ ਆ। ਕਿਉਂਕਿ ਜਿਹੜੇ ਬੱਚੇ ਨੇ ਜਾਂ ਟੀਨੇਜਰਸ ਨੇ, ਹਾਰਡਲੀ ਉਹ ਇੱਕ ਦੂਜੇ ਨੂੰ ਇਹ ਵੀ ਘੱਟ ਪੁੱਛਦੇ ਆ ਵੀ ਤੁਸੀਂ ਕਿੱਥੇ ਪੜ੍ਹਦੇ ਹੋ, ਤੁਸੀਂ ਕੀ ਕਰਦੇ ਹੋ। ਉਹ ਵੀ ਚੀਜ਼ ਹੁਣ ਘੱਟਦੀ ਜਾ ਰਹੀ ਆ। ਪਰ ਜਿਉਂ-ਜਿਉਂ ਤੁਹਾਡੀ ਨੌਕਰੀ ਲੱਗਦੀ ਆ, ਤੁਹਾਨੂੰ ਪ੍ਰਮੋਸ਼ਨਸ ਮਿਲਦੀਆਂ ਨੇ, ਉਹ ਚੀਜ਼ ਤੁਹਾਡੇ ਨਾਲ ਆਈਡੈਂਟੀਟੀ ਵਿੱਚ ਜੁੜ ਜਾਂਦੀ ਆ। ਲੋਕੀ ਤੁਹਾਨੂੰ ਪਛਾਣਦੇ ਉਹਦੇ ਕਰਕੇ ਆ। ਤੇ ਬਹੁਤ ਵਾਰੀ ਜਦੋਂ ਤੁਹਾਡੇ ਬਾਰੇ ਵੀ ਕੋਈ ਗੱਲ ਹੁੰਦੀ ਆ, ਤਾਂ ਤੁਹਾਡੀ ਨੌਕਰੀ ਦੇ ਨਾਲ ਤੁਹਾਨੂੰ ਜੋੜਿਆ ਜਾਂਦਾ ਕਿ ਤੁਸੀਂ ਉਹਦੇ ਬਾਰੇ ਸੁਣਿਆ, ਉਹ ਜਿਹੜੇ ਡਾਕਟਰ ਆ, ਉਹ ਇੱਦਾਂ ਤੁਹਾਡੇ ਨਾਲ ਜੁੜ ਜਾਂਦੀ ਆ ਉਹ ਚੀਜ਼। ਪਰ ਉਹਦੇ ਨਾਲ ਜਿਹੜੀ ਤੁਹਾਡੀ ਅੰਦਰੂਨੀ ਸ਼ਖਸੀਅਤ ਹੁੰਦੀ ਹੈ ਕਿ ਤੁਸੀਂ ਹੈ ਕੌਣ ਹੋ ਅੰਦਰੋਂ, ਉਹ ਉਹਦੇ ਨਾਲ ਬਿਲਕੁਲ ਹੀ ਡਿਟੈਚਡ ਆ, ਉਹ ਛਿਪ ਜਾਂਦੀ, ਮੈਨੂੰ ਤਾਂ ਲੱਗਦਾ ਬਿਲਕੁਲ ਛਿਪ ਜਾਂਦੀ ਆ। ਤੇ ਇਹ ਚੀਜ਼ ਇਸ ਲਈ ਵੀ ਹੁਣ ਜ਼ਿਆਦਾਤਰ ਦੇਖਣ ਨੂੰ ਮਿਲ ਰਹੀ ਆ ਕਿਉਂਕਿ ਪੈਂਡੈਮਿਕ ਦੇ ਦੌਰਾਨ ਕੀ ਹੋਇਆ ਕਿ ਜਿਹੜੇ ਲੋਕੀ ਆ ਉਹ ਆਪਣੀ ਨੌਕਰੀ ਤੋਂ ਥੋੜ੍ਹਾ ਜਿਹਾ ਸੈਪਰੇਟ ਹੋ ਗਏ। ਸਪੈਸ਼ਲੀ ਜੇ ਆਪਾਂ ਇਹ ਸੋਚੀਏ ਕਿ ਫੋਰ ਐਗਜ਼ਾਮਪਲ ਜੇ ਮੈਂ ਆਪਣੇ ਆਪ ਨੂੰ ਇੰਟਰੋਡਿਊਸ ਕਰਦੀ ਹਾਂ ਕਿ ਮੈਂ ਟੀਚਰ ਹਾਂ, ਤੁਹਾਨੂੰ ਮੇਰੇ ਬਾਰੇ ਦੋ ਚੀਜ਼ਾਂ ਜਦੋਂ ਹੀ ਪਤਾ ਲੱਗ ਜਾਂਦੀਆਂ। ਇੱਕ, ਮੈਂ ਕਿੰਨਾ ਕੁ ਕਮਾਉਂਦੀ ਹੋਊਂਗੀ ਅਪਰੋਕਸੀਮੇਟਲੀ ਮੇਰੀ ਇਨਕਮ, ਤੇ ਦੂਸਰਾ ਕਿ ਮੈਂ ਕਿੰਨੀ ਪੜ੍ਹੀ ਲਿਖੀ ਹੋਊਂਗੀ, ਮੇਰੀ ਐਜੂਕੇਸ਼ਨ। ਸੋ ਇਹਦੇ ਹਿਸਾਬ ਨਾਲ ਅਸੀਂ ਇੰਟਰੋਡਿਊਸ ਆਪਣੇ ਆਪ ਨੂੰ ਕੀਤਾ। ਫਿਰ ਉਹ ਪੁੱਛਦੇ, ਫਿਰ ਜਦੋਂ ਅੰਦਾਜ਼ਾ ਲਾਉਣ ਵਾਲੇ ਆ ਉਸਤਾਦ, ਤੁਸੀਂ ਸਕੂਲ ਦੇ ਟੀਚਰ ਹੋ, ਪ੍ਰਾਇਮਰੀ ਸਕੂਲ 'ਚ ਹੋ ਜਾਂ ਹਾਈ ਸਕੂਲ 'ਚ ਹੋ? ਐਗਜ਼ੈਕਟਲੀ। ਫਿਰ ਜੇ ਤੁਸੀਂ ਕਹਿ ਦਿੰਦੇ ਹੋ ਮੈਂ ਤਾਂ ਪ੍ਰਾਇਮਰੀ ਸਕੂਲ 'ਚ ਜੀ, ਫਿਰ ਉਹ ਹੋਰ ਪ੍ਰੀਸਾਈਜ਼ ਹੋਣਾ ਚਾਹੁੰਦੇ ਆ। ਉਹ ਆਈ ਸਹੀ, ਤੁਸੀਂ ਫਿਰ ਮਾਸਟਰਸ ਡਿਗਰੀ ਕੀਤੀ ਹੋਣੀ ਹੈ ਕਿ ਨਹੀਂ ਜੀ, ਮੈਂ ਤਾਂ ਬੈਚਲਰਸ ਕਰਕੇ ਆਈ ਹਾਂ। ਹਾਂਜੀ। ਫਿਰ ਉਹ ਐਗਜ਼ੈਕਟਲੀ ਨੇੜੇ ਤੇੜੇ ਚਲੇ ਜਾਂਦੇ ਆ ਵੀ ਇਹ ਕਿੰਨੇ ਕੁ ਪੈਸੇ ਕਮਾਉਂਦੀ ਆ, ਇਹਦਾ ਸੋਸ਼ਲ ਸਟੇਟਸ ਕਿਸ ਤਰੀਕੇ ਨਾਲ ਮਿਲਣਾ ਚਾਹੀਦਾ। ਹਾਂਜੀ। ਸੋ ਉਸ ਹਿਸਾਬ ਨਾਲ ਫਿਰ ਉਸ ਦੇ ਨਾਲ ਵਰਤਾਓ ਕਰਦੇ ਆ। ਉਹਨਾਂ ਦੇ ਵਰਤਾਓ ਫਿਰ ਉਸ ਹਿਸਾਬ ਨਾਲ ਹੋ ਜਾਣਾ। ਜੇ ਤੁਸੀਂ ਫਰਜ਼ ਕਰੋ ਟੀਚਰ ਹੀ ਹੋ, ਤੁਸੀਂ ਕਹਿੰਦੇ ਜੀ ਨਹੀਂ ਮੈਂ ਤਾਂ ਯੂਨੀਵਰਸਿਟੀ 'ਚ ਪੜ੍ਹਾਉਣੀ ਆ। ਉਹ ਅੱਛਾ ਕਿਹੜੀ ਯੂਨੀਵਰਸਿਟੀ ਪੜ੍ਹਾਉਣੀ ਹੋਈ? ਕਿਉਂ ਫਿਰ ਇਹ ਵੀ ਇੱਕ ਸਟੇਟਸ ਆ। ਤੁਸੀਂ ਕਹੋ ਮੈਂ ਤਾਂ ਮਗਿਲ ਦੇ ਵਿੱਚ ਪੜ੍ਹਾਉਣੀ ਆ, ਮੈਂ ਤਾਂ ਪ੍ਰਿੰਸਟਨ ਪੜ੍ਹਾਉਣੀ ਆ। ਫਿਰ ਉਹਦਾ ਰਵੱਈਆ ਹੋਰ ਬਦਲ ਜਾਣਾ। ਹੁਣ ਇਹ ਵੀ ਪਤਾ ਲੱਗ ਜਾਣਾ ਵੀ ਇਹਦਾ ਬ੍ਰੈਕਟ ਕੀ ਆ, ਅਪਰੋਕਸੀਮੇਟ ਬ੍ਰੈਕਟ ਕੀ ਆ ਇਨਕਮ ਦਾ, ਅਤੇ ਇਹਦਾ ਸਟੇਟਸ ਕੀ ਆ। ਫਿਰ ਉਹਦੀ ਗੱਲਬਾਤ ਦਾ ਤੌਰ ਤਰੀਕਾ ਤੁਹਾਡੇ ਨਾਲ ਬਦਲ ਜਾਣਾ। ਤੁਸੀਂ ਸਮਝ ਗਏ ਨਾ ਮੇਰੀ ਗੱਲ? ਬਿਲਕੁਲ ਬਿਲਕੁਲ। ਤੇ ਇਹ ਸਿਰਫ ਇੱਥੇ ਤੱਕ ਹੀ ਨਹੀਂ ਸੀਮਤ। ਜੇ ਆਪਾਂ ਇਹ ਸੋਚੀਏ ਕਿ ਆਪਾਂ ਇੱਕ ਦੂਜੇ ਨਾਲ ਰਿਸ਼ਤੇ ਕਿਵੇਂ ਜੋੜਦੇ ਹਾਂ, ਜੇ ਵਿਆਹ ਕਰਾਉਣਾ ਹੁੰਦਾ ਜਾਂ ਈਵਨ ਮੈਂ ਕਹੂੰਗੀ ਦੋਸਤੀ ਯਾਰੀ ਦੇ ਵਿੱਚ ਵੀ ਬਹੁਤ ਵਾਰੀ ਆਪਾਂ ਇਹ ਦੇਖਦੇ ਹਾਂ ਕਿ ਦੂਜਾ ਬੰਦਾ ਕਿੱਥੇ ਕੰਮ ਕਰਦਾ ਆ। ਬਿਕਾਜ਼ ਹੁਣ ਤੱਕ ਬਹੁਤ ਹੱਦ ਤੱਕ ਇਹ ਚੀਜ਼ ਡਿਫਾਈਨ ਕਰਦੀ ਆਈ ਆ। ਖਾਸ ਕਰ ਜਦੋਂ ਆਪਾਂ ਦੇਖੀਏ ਜਿਹੜੇ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਵੀ ਆਲਾ ਦਰਜੇ ਦੇ ਪ੍ਰੋਫੈਸ਼ਨਸ ਆ, ਜਿਵੇਂ ਡਾਕਟਰ ਹੋ ਗਏ, ਵਕੀਲ ਹੋ ਗਏ, ਪ੍ਰੋਫੈਸਰ ਹੋ ਗਏ, or other high income professions, ਉਹ ਚੀਜ਼ ਨਾਂ ਨਹੀਂ ਲੈਣਾ ਚਾਹੁੰਦਾ। ਕੁਝ ਕੁ ਪ੍ਰੋਫੈਸ਼ਨ ਇਹੋ ਜਿਹੇ ਆ ਜਿਹਦੇ 'ਚ ਬੜੇ ਅੱਛੇ ਇਨਸਾਨ ਕੰਮ ਕਰਦੇ ਆ, ਲੇਕਿਨ ਉਹ ਬਦਨਾਮ ਨੇ। ਉਹ ਪ੍ਰੋਫੈਸ਼ਨ ਉਸ ਵਿਅਕਤੀ ਕਰਕੇ ਬਦਨਾਮ ਨਹੀਂ ਹੋਇਆ, ਉਹ ਵੈਸੇ ਹੀ ਬਦਨਾਮ ਬਿਜ਼ਨਸ ਨੇ। ਇਹੋ ਜਿਹੇ ਵੀ ਹੈਗੇ ਕਈ। ਜੇ ਤੁਸੀਂ ਦੱਸ ਦਿੰਦੇ ਹੋ ਜੀ ਮੈਂ ਤਾਂ ਉਹਦੇ 'ਚ ਕੰਮ ਕਰਦਾ, ਫਿਰ ਉਹ ਤੁਹਾਨੂੰ ਉਸ ਤਰੀਕੇ ਨਾਲ ਨਾਪਦੇ ਆ, ਤੋਲਦੇ ਆ, ਅਤੇ ਫਿਰ ਆਪਣਾ ਰਵੱਈਆ ਉਹ ਵੱਖਰਾ ਅਖਤਿਆਰ ਕਰ ਲੈਂਦੇ ਆ। ਯਾ ਐਂਡ ਬ੍ਰਾਂਡਿੰਗ ਇਜ਼ ਐਵਰੀਥਿੰਗ, ਹੈ ਨਾ। ਜੇ ਤੁਸੀਂ ਸੋਚੋ ਜੇ ਮੈਂ ਕਿਸੇ ਨੂੰ ਇੰਟਰੋਡਿਊਸ ਕਰਵਾਉਣਾ ਹੋਵੇ ਤੇ ਉਹ ਕਹੇ ਤੂੰ ਕੀ ਕਰਦੀ ਐਂਡ ਐਸੇ ਵੀ ਮੈਂ ਸਾਬਣ ਵੇਚਦੀ ਹਾਂ, ਹੈ ਨਾ। ਉਹਨਾਂ ਨੇ ਕਹਿਣਾ ਹੈ ਇਹ ਕੀ ਗੱਲ ਬਣੀ। ਪਰ ਜੇ ਮੈਂ ਕਹਦਾ ਮੈਂ ਡੌਨ ਦੀ ਸਟ੍ਰੈਟਜੀ ਉੱਪਰ ਕੰਮ ਕਰਦੀ ਹਾਂ, ਡੌਨ ਬਹੁਤ ਮਸ਼ਹੂਰ ਹੈਂਡ ਸੋਪ ਆ, ਮੈਂ ਉਹਦੀ ਨੈਸ਼ਨਲ ਸਟ੍ਰੈਟਜੀ ਸੇਲ ਸਟ੍ਰੈਟਜੀ ਉੱਪਰ ਕੰਮ ਕਰਦੀ ਹਾਂ, ਉਹਨਾਂ ਨੇ ਬੜਾ ਇੰਪ੍ਰੈਸ ਹੋ ਜਾਣਾ। ਪਰ ਜੇ ਤੁਸੀਂ ਦੇਖੋ ਬੋਥ ਆਫ ਦੈਮ ਆਰ ਦ ਸੇਮ ਥਿੰਗ, I'm still selling soap, ਹੈ ਨਾ। ਪਰ ਉਹ ਨਜ਼ਰੀਆ ਹੀ ਬਿਲਕੁਲ ਬਦਲ ਜਾਂਦਾ ਜਦੋਂ ਤੁਸੀਂ ਕੋਈ ਕੰਪਨੀ ਜਾਂ ਕੋਈ ਬ੍ਰਾਂਡ ਨਾਲ ਜੋੜ ਦਿੰਦੇ ਹੋ। ਪਰ ਜੇ ਤੁਸੀਂ ਸੋਚੋ ਤੁਹਾਡੀ ਜਿਹੜੀ ਤਾਂ ਹੀ ਡੈਫੀਨੇਸ਼ਨ ਆ ਉਹ ਤੁਹਾਡੀ ਜੋਬ ਦੇ ਜ਼ਰੀਏ ਨਹੀਂ ਤੈਅ ਕੀਤੀ ਜਾਣੀ ਚਾਹੀਦੀ, ਉਹ ਤੁਹਾਡੀ ਸ਼ਖਸੀਅਤ ਦੇ ਜ਼ਰੀਏ ਤੁਸੀਂ ਹੈ ਕੌਣ ਅੰਦਰੋਂ ਉਹਦੇ ਜ਼ਰੀਏ ਕੀਤੀ ਜਾਣੀ ਚਾਹੀਦੀ ਆ। ਅਤੇ ਜਦੋਂ ਪੈਂਡੈਮਿਕ ਆਇਆ ਸੀਗਾ ਮਿਸਟਰ ਥਿੰਦ, ਖਾਸ ਕਰ ਜਿਹੜੇ ਆਹ ਵੱਡੇ ਵੱਡੇ ਪ੍ਰੋਫੈਸ਼ਨ ਸੀਗੇ ਜਿਹਦੇ ਵਿੱਚ 9 to 5 ਨਹੀਂ ਹੁੰਦਾ। 9 to 5 ਵਾਲੇ ਵਰਕਰ ਯੂਜਲੀ 5 ਵਜੇ ਮੈਂਟਲੀ ਸਾਈਨ ਆਊਟ ਕਰ ਹੀ ਜਾਂਦੇ ਆ ਆਪਣੀਆਂ ਨੌਕਰੀਆਂ ਤੋਂ। ਪਰ ਜਿਵੇਂ ਸਰਜਨਸ ਹੋ ਗਏ ਜਾਂ ਹੋਰ ਜਿਹੜੇ ਵੀ ਹੈਵ ਪ੍ਰੋਫੈਸ਼ਨਸ ਜਿੱਥੇ ਕਈ ਵਾਰੀ 9 to 5 ਤੋਂ ਬਾਹਰ ਵੀ ਤੁਹਾਨੂੰ ਕੰਮ ਕਰਨਾ ਪੈਂਦਾ ਔਨ ਕਾਲ। ਜਿਹੜੇ ਮੈਨੇਜਰਸ ਹੁੰਦੇ ਆ ਫੋਰ ਐਗਜ਼ਾਮਪਲ ਵੱਡੀਆਂ ਵੱਡੀਆਂ ਕੰਪਨੀਜ਼ ਦੇ CEOs ਨੇ, ਐਗਜ਼ੈਕਿਊਟਿਵਸ ਨੇ, ਕਿਉਂਕਿ ਉਹ 9 to 5 ਦੇ ਬਾਹਰ ਕੰਮ ਕਰਦੇ ਆ ਜ਼ਿਆਦਾਤਰ,
ਉਹਨਾਂ ਦੀ ਜਿਹੜੀ ਬਾਉਂਡਰੀਜ਼ ਹੁੰਦੀਆਂ ਪਰਸਨਲ ਲਾਈਫ ਦੀਆਂ ਅਤੇ ਪ੍ਰੋਫੈਸ਼ਨਲ ਲਾਈਫ ਦੀਆਂ, ਉਹ ਬਾਉਂਡਰੀ ਬਿਲਕੁਲ ਬਲਰੀ ਹੋ ਜਾਂਦੀ ਆ, ਉਹ ਸਾਫ਼ ਨਹੀਂ ਰਹਿੰਦੀ ਹੈਗੀ। ਅਤੇ ਇਸ ਕਰਕੇ ਇਹਨੂੰ ਇਨਵੈਸਟਮੈਂਟ ਵੀ ਕਿਹਾ ਜਾਂਦਾ ਆ। ਉਹ ਆਪਣੀ ਪੂਰੀ ਪਰਿਭਾਸ਼ਾ ਹੀ ਆਪਣੀ ਨੌਕਰੀ ਦੇ ਜ਼ਰੀਏ ਬਣਾਉਣ ਲੱਗ ਜਾਂਦੇ ਆ। ਅਤੇ ਫਿਰ ਜਦੋਂ ਚੀਜ਼ਾਂ ਹੁੰਦੀਆਂ ਜ਼ਿੰਦਗੀ ਦੇ ਵਿੱਚ, ਜਿਵੇਂ ਕਿ ਪੈਂਡੈਮਿਕ ਆ ਗਿਆ, ਰਿਸੈਸ਼ਨ ਆ ਗਿਆ, ਲੇ-ਆਫਸ, ਜਾਂ ਈਵਨ ਪਰਸਨਲ ਲਾਈਫ ਵਿੱਚ ਕੋਈ ਪ੍ਰੋਬਲਮ ਜਿਵੇਂ ਡਿਵੋਰਸਿਸ ਔਰ ਐਨੀਥਿੰਗ, ਜਦੋਂ ਫਿਰ ਉਹਨਾਂ ਦੀ ਨੌਕਰੀ ਉੱਪਰ ਫਰਕ ਪੈਂਦਾ, ਉਹਨਾਂ ਦੀ ਪੂਰੀ ਜ਼ਿੰਦਗੀ ਹੀ ਬਦਲ ਜਾਂਦੀ ਆ। ਉਹਨਾਂ ਦੀ ਪੂਰੀ ਆਈਡੈਂਟੀਟੀ, ਉਹ ਆਪਣੇ ਆਪ ਨੂੰ ਕੁਐਸਚਨ ਕਰਨ ਲੱਗ ਜਾਂਦੇ ਆ ਕਿ ਮੈਂ ਹੈ ਕੌਣ ਆ। ਅੱਛਾ, ਹੁਣ ਲੈਟਸ ਸੇ ਬॉय ਮੀਟਸ ਅ ਗਰਲ, ਕਿਸੇ ਕਾਫੀ ਹਾਊਸ 'ਚ ਕੋਈ ਮੁੰਡਾ ਕਿਸੇ ਕੁੜੀ ਨੂੰ ਮਿਲਦਾ, ਇੰਟਰੋਡਕਸ਼ਨ ਦੇ ਦੌਰਾਨ ਉਹ ਕਹਿੰਦਾ ਬੜਾ ਸੋਹਣਾ ਮੁੰਡਾ, ਜਵਾਨ, ਮਸਕੂਲਰ ਐਂਡ ਵੈਰੀ ਮੈਜੈਸਟਿਕ, ਔਰ ਉਹ ਹੌਲੀ ਹੌਲੀ ਗੱਲ ਕਰਦਿਆਂ ਤੁਸੀਂ ਪ੍ਰੋਫੈਸ਼ਨ ਜਾਣਨਾ ਚਾਹੁੰਦੇ ਹੋ ਜੀ। ਜਿਹੜੀ ਉਹ ਖੂਬਸੂਰਤ ਲੜਕੀ ਹੈ, ਫਰਜ਼ ਕਰੋ ਉਹ ਕਿਸੇ ਯੂਨੀਵਰਸਿਟੀ ਦੀ ਵਿਦਿਆਰਥਣ ਹੈ, ਅਤੇ ਉਹ ਕਹਿੰਦਾ ਕਿ ਮੈਂ ਤਾਂ ਜੈਨੇਟਰ ਹਾਂ। ਉਹ ਕਹਿੰਦੇ ਅੱਛਾ। ਅਤੇ ਦੂਸਰੇ ਪਾਸੇ ਉਸੇ ਕਾਫੀ ਹਾਊਸ ਦੇ ਵਿੱਚ ਉਹੀ ਕੁੜੀ ਕਿਸੇ ਹੋਰ ਦਿਨ ਕਿਸੇ ਹੋਰ ਮੁੰਡੇ ਨੂੰ ਮਿਲਦੀ ਆ, ਜਿਹੜਾ ਉਹਨਾਂ ਹੈਂਡਸਮ ਨਹੀਂ, ਲੇਕਿਨ ਉਹਨੂੰ ਪੁੱਛ ਗੱਲਾਂ ਬਾਤਾਂ ਦੇ ਵਿੱਚ ਪਤਾ ਲੱਗਦਾ ਕਿ ਇਹ ਤਾਂ ਮੁੰਡਾ ਸਰਜਨ ਆ। ਹਾਂਜੀ, ਇਹ ਤਾਂ ਆਰਥੋਪੀਡਿਕ ਸਰਜਨ ਆ। ਫਿਰ ਉਸ ਤੋਂ ਬਾਅਦ ਉਹਦਾ ਜਿਹੜਾ ਨਜ਼ਰੀਆ ਜਾਂ ਉਹਦੇ ਨਾਲ ਦੋਸਤੀ ਕਰਨ ਦੇ ਚਾਂਸਿਸ, ਮੇਰਾ ਖਿਆਲ ਆ ਵੀ ਬੈਟਰ ਨੌਕਰੀ ਵਾਲੇ ਮੁੰਡੇ ਨਾਲ ਜ਼ਿਆਦਾ ਨੇ, ਭਾਵੇਂ ਉਹਨੂੰ ਥੋੜ੍ਹਾ ਬਹੁਤ ਕੰਪਰੋਮਾਈਜ਼ ਵੀ ਕਰਨਾ ਪਏ। ਨੌਕਰੀ ਇੰਨਾ ਫਰਕ ਪਾ ਸਕਦੀ ਆ ਤੁਹਾਡੀ ਆਈਡੈਂਟੀਟੀ ਦੇ ਵਿੱਚ, ਜਦ ਕਿ ਹੋ ਸਕਦਾ ਕਿ ਜਿਹੜਾ ਜੈਨੇਟਰ ਮੁੰਡਾ ਉਹ ਦਿਲ ਦਾ ਵੀ ਬਹੁਤ ਚੰਗਾ, ਓਨੈਸਟ ਵੀ ਹੋਏ, ਲੇਕਿਨ ਉਹਦਾ ਪ੍ਰੋਫੈਸ਼ਨ ਆ ਜਿਹੜਾ ਉਹ ਸ਼ਾਇਦ ਇੰਨਾ ਇੰਪ੍ਰੈਸਿਵ ਨਹੀਂ, ਕਿਉਂਕਿ ਇੱਕ ਤਾਂ ਉਹਨੂੰ ਜਿਸ ਤਰ੍ਹਾਂ ਤੁਸੀਂ ਦੱਸਿਆ ਅੰਦਾਜ਼ਾ ਲਾ ਲਿਆ ਕਿ ਇਹਦੀ ਇਨਕਮ ਕਿੰਨੀ ਕੁ ਹੋਏਗੀ ਜੀ, ਇੱਕ ਸੁਸਾਇਟੀ ਦੇ ਵਿੱਚ ਕੀ ਸਟੇਟਸ ਹੈ ਇਹਦਾ, ਮਾਫ ਕਰਨਾ, ਹਾਂਜੀ, ਕੰਮ ਤਾਂ ਸਾਰੇ ਬਰਾਬਰ ਦੇ ਨੇ, ਇੱਥੇ ਡਿਗਨਿਟੀ ਆਫ ਲੇਬਰ ਆ। ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਕਿ ਕੋਈ ਪ੍ਰੋਫੈਸ਼ਨ ਮਾੜਾ, ਪਰ ਜਿਹੜਾ ਮੈਜਰਿੰਗ ਕਰਨ ਦਾ ਤਰੀਕਾ, ਉਹ ਮੇਰਾ ਖਿਆਲ ਆ ਇੱਕਦਮ ਤੁਹਾਨੂੰ ਤੁਹਾਡਾ ਨਜ਼ਰੀਆ ਚੇਂਜ ਕਰ ਦਿਓ। ਬਿਲਕੁਲ। ਅਤੇ ਤਾਂ ਹੀ ਜੇ ਤੁਸੀਂ ਸੋਚੋ, ਜਿਵੇਂ ਹੁਣ ਤਾਂ ਇੱਕ ਦੂਜੇ ਨੂੰ ਮਿਲਿਆ ਜਾਂਦਾ ਆ ਵਿਆਹ ਕਰਾਉਣ ਤੋਂ ਪਹਿਲਾਂ, ਯੂਜੂਅਲੀ ਤੁਸੀਂ ਇੱਕ ਦੂਜੇ ਨੂੰ ਜਾਣਦੇ ਹੁੰਦੇ ਹੋ, ਪਹਿਲਾਂ ਮੁਲਾਕਾਤ ਨਹੀਂ ਹੁੰਦੀ ਸੀਗੀ, ਅਤੇ ਇਹਨਾਂ ਚੀਜ਼ਾਂ ਦੇ ਬੇਸਡ ਹੀ ਤੈਅ ਕੀਤਾ ਜਾਂਦਾ ਸੀਗਾ ਵੀ ਕੌਣ ਕਿਹਦੇ ਨਾਲ ਕੰਪੈਟੇਬਲ ਰਹੂਗਾ। ਜ਼ਮੀਨ ਕਿੰਨੀ ਉਹਨੂੰ, ਹਾਂਜੀ, ਜ਼ਮੀਨ, ਐਜੂਕੇਸ਼ਨ ਕਿੰਨੀ, ਜਾਂ ਕੱਦ ਕਿੱਡਾ, ਐਗਜ਼ੈਕਟਲੀ, ਇਹ ਵੀ ਦੇਖਦੇ ਸੀ। ਹਾਂਜੀ। ਸੋ ਇਸ ਤਰ੍ਹਾਂ ਦੀਆਂ ਨਿਗੂਣੀਆਂ ਗੱਲਾਂ। ਪਰ ਹੁਣ ਜਿਹੜੀ ਤੁਹਾਡੀ ਯੰਗਰ ਜਨਰੇਸ਼ਨ ਆ, ਮੇਰਾ ਖਿਆਲ ਹੈ ਇਹਨਾਂ ਨੇ ਇਹ ਹੱਦਬੰਦੇ ਜਿਹੜੀਆਂ ਸੀ ਉਹ ਪਾਰ ਕਰ ਦਿੱਤੀਆਂ। ਉਹ ਨਹੀਂ ਦੇਖਦੇ ਕਿ ਇਹਦਾ ਪ੍ਰੋਫੈਸ਼ਨ ਕੀ ਆ, ਉਹ ਦੇਖਦੇ ਆ ਕਿ ਬੰਦਾ ਕਿੰਨਾ ਕੁ ਚੰਗਾ ਹੈ, ਕਿੰਨਾ ਕੁ ਕੰਪੈਸ਼ਨੇਟ ਆ, ਕਿੰਨਾ ਕੁ ਓਨੈਸਟ ਆ, ਕਿੰਨਾ ਕੁ ਕੇਅਰਿੰਗ ਆ, ਮੈਂ ਇਹਦੇ ਵਿਸ਼ਵਾਸ ਕਰ ਸਕਦੀ ਹਾਂ ਜਾਂ ਨਹੀਂ ਕਰ ਸਕਦੀ, ਇਹ ਭਰੋਸੇਯੋਗ ਬੰਦਾ ਜਾਂ ਨਹੀਂ। ਮੇਰਾ ਖਿਆਲ ਹੈ ਇਹੀ ਜਿਹੀਆਂ ਗੱਲਾਂ ਦੇਖਣ ਲੱਗ ਪਏ। ਹਾਂਜੀ, ਬਿਲਕੁਲ। ਈਵਨ ਜੇ ਹੁਣ ਆਪਾਂ ਦੇਖੀਏ ਕਿ ਜਿਹੜੇ ਪ੍ਰੋਫੈਸ਼ਨਸ ਬਹੁਤ ਜ਼ਿਆਦਾ ਕਮਾਉਂਦੇ ਨੇ, ਉਹਦੇ ਵਿੱਚ ਇੱਕ ਵੱਡਾ ਡਰਾਬੈਕ ਇਹ ਹੁੰਦਾ ਆ ਕਿ ਉਹ ਪ੍ਰੋਫੈਸ਼ਨਸ ਦੇ ਲੋਕੀ ਕਈ ਵਾਰੀ ਟਾਈਮ ਘੱਟ ਸਪੈਂਡ ਕਰ ਪਾਉਂਦੇ ਨੇ ਘਰਾਂ ਦੇ ਵਿੱਚ, ਜਾਂ ਆਪਣੇ ਜਿਹੜੇ ਨਜ਼ਦੀਕੀ ਉਹਨਾਂ ਦੇ ਲੋਕ ਹੁੰਦੇ ਆ। ਅਤੇ ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਆ, ਉਹ ਇਹ ਵੀ ਬਹੁਤ ਵੱਡੀ ਚੀਜ਼ ਦੇਖਦੇ ਆ ਕਿ ਜੇ ਮੈਂ ਕਿਸੇ ਇਹੋ ਜਿਹੇ ਪ੍ਰੋਫੈਸ਼ਨ ਦੇ ਵਿੱਚ ਹਾਂ, ਜਦੋਂ ਮੈਨੂੰ ਆਪਣੀ ਈਵਨਿੰਗਸ ਕਲੀਅਰ ਚਾਹੀਦੀਆਂ ਨੇ ਤਾਂ ਕਿ ਮੈਂ ਆਪਣੇ ਪਾਰਟਨਰ ਦੇ ਨਾਲ ਉਹ ਈਵਨਿੰਗ ਬਿਤਾ ਸਕਾਂ, ਕਿ ਮੇਰਾ ਪਾਰਟਨਰ ਵੀ ਇਸ ਪੋਜੀਸ਼ਨ ਦੇ ਵਿੱਚ ਹੈਗਾ ਕਿ ਉਹ ਸ਼ਾਮ ਨੂੰ ਮੇਰੇ ਨਾਲ ਬਹਿ ਸਕਦਾ, ਗੱਲਬਾਤ ਕਰ ਸਕਦਾ, ਕਿ ਉਹ ਹਮੇਸ਼ਾ ਔਨ ਕਾਲ ਹੀ ਰਹੂਗਾ ਅਤੇ ਮੇਰੇ ਨਾਲ ਕਦੇ ਗੱਲ ਹੀ ਨਹੀਂ ਕਰ ਪਾਊਗਾ। ਅਤੇ ਹੋ ਸਕਦਾ ਆ ਜਿਹੜੀ ਸਭ ਤੋਂ ਵੱਡੀ ਚੀਜ਼ ਮੈਂ ਕਹੂੰਗੀ ਇਸ ਜਨਰੇਸ਼ਨ ਨੇ ਕਾਫੀ ਦੇਖੀ ਆ, ਉਹ ਹੈਗੀ ਆ ਫਾਈਨੈਂਸ਼ੀਅਲ ਕ੍ਰਾਈਸਿਸਿਸ, ਕਿਉਂਕਿ ਕੈਨੇਡਾ ਦੇ ਵਿੱਚ ਵੀ ਰਿਸੈਸ਼ਨ ਆ ਚੁੱਕੀ ਆ ਅਰਾਊਂਡ 2008, ਐਂਡ ਹੁਣ ਫਿਰ ਅਜਿਹੀਆਂ ਚੀਜ਼ਾਂ ਚੱਲ ਰਹੀਆਂ ਨੇ। ਸੋ ਉਹਨਾਂ ਨੂੰ ਪਤਾ ਹੈ ਕਿ ਜਿਹੜੀ ਨੌਕਰੀ ਆ ਇਹਦਾ ਕੋਈ ਭਰੋਸਾ ਨਹੀਂ, ਅਤੇ ਨੌਕਰੀ ਕਦੇ ਵੀ ਤੁਹਾਡੇ ਹੱਥੋਂ ਜਾ ਸਕਦੀ ਆ। ਤੁਸੀਂ ਨੌਕਰੀਆਂ ਬਦਲ ਵੀ ਸਕਦੇ ਹੋ, ਕਿਉਂਕਿ ਅੱਜ ਇਹ ਵੀ ਬਹੁਤ ਵੱਡਾ ਰਿਵਾਜ਼ ਆ ਨਾ। ਪਹਿਲਾਂ ਤਾਂ ਪਤਾ ਸੀ ਵੀ ਸਰਕਾਰੀ ਨੌਕਰੀ ਲੱਗੀ ਹੋਈ ਆ, ਸਰਕਾਰੀ ਨੌਕਰੀ ਹੀ ਰਹਿਣੀ ਆ। ਹਾਂਜੀ, ਐਗਜ਼ੈਕਟਲੀ। ਹੁਣ ਤੁਸੀਂ ਕਿਸੇ ਡਾਕਟਰ ਨਾਲ ਵਿਆਹ ਕਰਾਓਗੇ, ਹੋ ਸਕਦਾ ਕਿ ਸਿੰਗਰ ਬਣ ਜਾਵੇ ਉਹ 5 ਸਾਲਾਂ ਬਾਅਦ, ਰਾਈਟ, ਐਨੀਥਿੰਗ ਕੁਡ ਹੈਪਨ, ਕੁਛ ਵੀ ਹੋ ਸਕਦਾ ਆ। ਸੋ ਨੌਕਰੀ ਦੇ ਭਰੋਸੇ ਤੁਸੀਂ ਕਿਸੇ ਨਾਲ, ਯੂ ਆਰ ਨੋ ਲੋਂਗਰ ਟਾਈਡ ਟੂ ਦੈਮ ਔਨ ਦੈਟ। ਹੁਣ ਤੁਸੀਂ ਸੋਚਦੇ ਹੋ ਕਿ ਇਹ ਇਨਸਾਨ ਕਿਹੋ ਜਿਹਾ, ਕਿਉਂਕਿ ਇਨਸਾਨ ਉਹ ਵੀ ਚੇਂਜ ਹੋ ਸਕਦਾ, ਪਰ ਇਨਸਾਨ ਚੇਂਜ ਹੋਣ ਦੇ ਚਾਂਸਿਸ ਘੱਟ ਆ, ਨੌਕਰੀ ਚੇਂਜ ਹੋਣ ਦੇ ਚਾਂਸਿਸ ਜ਼ਿਆਦਾ ਨੇ, ਚਾਹੇ ਉਹ ਕੋਈ ਐਕਸਟਰਨਲ ਫੈਕਟਰ ਹੋਣ, ਚਾਹੇ ਅੰਦਰੋਂ ਤੁਹਾਡੇ ਵਿੱਚੋਂ ਆਵਾਜ਼ ਉੱਠੇ। ਇੱਥੇ BC ਦੇ ਵਿੱਚ ਸਾਡੇ ਇੱਕ ਪੋਲੀਟੀਸ਼ੀਅਨ ਸੀ, ਜਦੋਂ ਮੈਡੀਕਲ ਸਕੂਲ 'ਚ ਉਹ ਇਕੱਠੇ ਪੜ੍ਹਦੇ ਸੀ ਤਾਂ ਉਹਨੂੰ ਪਤਾ ਸੀ ਵੀ ਇਹਨੇ ਡਾਕਟਰ ਬਣੇਗਾ, ਉਹ ਡਾਕਟਰ ਬਣ ਵੀ ਗਿਆ, ਉਹਨਾਂ ਦੀ ਸ਼ਾਦੀ ਵੀ ਹੋ ਗਈ,
ਜੀ ਕੁਝ ਸਾਲਾਂ ਬਾਅਦ ਉਹ ਪੋਲੀਟੀਸ਼ੀਅਨ ਬਣ ਗਿਆ, ਪੋਲੀਟੀਸ਼ੀਅਨ ਬਣ ਕੇ ਵੀ ਫੇਲ ਹੋ ਗਿਆ, ਔਰ ਡਾਕਟਰ ਬਣਾ ਰਿਹਾ। ਹੁਣ ਇਹੋ ਜਿਹੀਆਂ ਸਰਪ੍ਰਾਈਜ਼ਸ ਜ਼ਿੰਦਗੀ 'ਚ ਹੁਣ ਹੋ ਸਕਦੀਆਂ ਨੇ। ਬਿਲਕੁਲ ਮੇਰਾ ਖਿਆਲ ਹੈ ਜਿਹੜੇ ਮਿਲੇਨੀਅਲਸ ਨੇ ਇਹਨਾਂ ਨੇ ਇਹ ਸਬਕ ਸਿੱਖਿਆ ਕਿ ਨੌਕਰੀ 'ਤੇ ਭਰੋਸਾ ਨਾ ਕਰੋ, ਉਹਦਾ ਸਟੇਟਸ ਨੌਕਰੀ 'ਤੇ ਨਾ ਮਾਪਿਆ ਜਾਏ। ਜੀ ਜੀ ਤੇ ਉਹਨਾਂ ਨੇ ਇਹ ਵੀ ਦੇਖਿਆ ਨਾ ਕਿ ਜਿਵੇਂ ਹੁਣ ਸਾਡੇ ਮਾਂ ਪਿਓ ਨੇ, ਹੁਣ ਵੀ ਇੱਦਾਂ ਹੁੰਦਾ ਬੱਚਿਆਂ ਦੇ ਨਾਲ, ਪਰ ਜਦੋਂ ਅਸੀਂ ਵੱਡੇ ਹੁੰਦੇ ਆਏ ਹਾਂ ਸਾਨੂੰ ਹਰ ਕਲਾਸ ਦੇ ਵਿੱਚ ਪੁੱਛਿਆ ਜਾਂਦਾ ਸੀ ਵੀ ਤੁਸੀਂ ਵੱਡੇ ਹੋ ਕੇ ਕੀ ਬਣਨਾ। ਹੁਣ ਤੁਸੀਂ ਆਪ ਸੋਚੋ ਜਿਹੜੇ ਬੱਚੇ ਆ ਉਹਨਾਂ ਨੂੰ ਕੀ ਮੈਸੇਜ ਜਾਂਦਾ ਹੋਊਗਾ ਕਿ ਜਦੋਂ ਤੁਸੀਂ ਵੱਡੇ ਹੋਵੋਗੇ ਜਿਹੜੀ ਤੁਹਾਡੀ ਹੋਂਦ ਆ, ਤੁਹਾਡੀ ਆਈਡੈਂਟੀਟੀ ਆ, ਉਹ ਤੁਹਾਡੀ ਨੌਕਰੀ ਨਾਲ ਟਾਈਡ ਹੋਊਗੀ। ਤਾਂ ਹੀ ਟੈਨਸ਼ਨ ਕਰਨੀ ਚਾਹੀਦੀ ਆ ਬੱਚਿਆਂ ਨੂੰ ਵੀ ਕਿਹੜੇ ਕਾਲਜ ਵਿੱਚ ਤੁਸੀਂ ਜਾਣਾ, ਐਂਡ ਦੈਟਸ ਆਲ ਗੁੱਡ ਵਰੀ, ਇਹ ਵਰੀ ਹੋਣੀ ਚਾਹੀਦੀ ਆ। ਪਰ ਆਪਾਂ ਬੱਚਿਆਂ ਨੂੰ ਇਹ ਬਹੁਤ ਘੱਟ ਪੁੱਛਦੇ ਆ ਕਿ ਤੁਹਾਡੇ ਪੈਸ਼ਨਸ ਕੀ ਆ, ਤੁਹਾਡੇ ਇੰਟਰਸਟ ਕੀ ਆ, ਕਲਾਸ ਵਿੱਚ ਤੁਹਾਨੂੰ ਕਿਹੜੇ ਸਬਜੈਕਟ ਵਧੀਆ ਲੱਗਦੇ ਆ, ਕਿਹੜੇ ਨਹੀਂ ਵਧੀਆ ਲੱਗਦੇ, ਤੁਹਾਨੂੰ ਗੇਮ ਕਿਹੜੀ ਵਧੀਆ ਲੱਗਦੀ ਆ, ਤੁਸੀਂ ਸਕੂਲੋਂ ਆ ਕੇ ਕੀ ਦੇਖਣਾ ਪਸੰਦ ਕਰਦੇ ਹੋ, ਬਟ ਵੱਡੇ ਹੋ ਕੇ ਕੀ ਬਣਨਾ, ਇਹ ਬਹੁਤ ਵੱਡਾ ਤੇ ਭਾਰਾ ਸਵਾਲ ਰਹਿੰਦਾ ਆਪਣੇ ਬੱਚਿਆਂ ਲਈ। ਹੁਣ ਜਿਹੜੇ ਬਿਜ਼ਨਸ ਕਰਨ ਵਾਲੇ ਲੋਕ ਨੇ, ਹਾਂਜੀ ਕੋਈ ਜੌਬ ਟਾਈਟਲ 'ਤੇ ਨਹੀਂ ਹੁੰਦਾ, ਉਹ ਬਿਜ਼ਨਸ ਓਨ ਕਰਦੇ ਨੇ, ਉਹਨਾਂ ਲਈ ਹੋਰ ਲੋਕ ਕੰਮ ਕਰਦੇ ਨੇ, ਇਹਨਾਂ ਨੂੰ ਕਿਵੇਂ ਕੰਸੀਡਰ ਕੀਤਾ ਜਾਂਦਾ? ਸੋ ਜਿਹੜੇ ਐਂਟਰਪ੍ਰੈਨਿਓਰਸ ਨੇ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਚੁੱਕੀ ਆ। ਹੁਣ ਸਿਰਫ ਬਿਜ਼ਨਸ ਉਹ ਲੋਕੀ ਨਹੀਂ ਚਲਾਉਂਦੇ ਜਿਹੜੇ ਫੁੱਲ ਟਾਈਮ ਬਿਜ਼ਨਸ ਚਲਾ ਰਹੇ ਆ, ਪਰ ਸਾਈਡ ਹਸਲਸ ਵੀ ਬਹੁਤ ਜ਼ਿਆਦਾ ਲੋਕਾਂ ਦੀਆਂ ਹੈਗੀਆਂ ਨੇ। ਇਸ ਲਈ ਵੀ ਜਿਹੜੇ ਮਿਲੇਨੀਅਲਸ ਆ ਉਹ ਘੱਟ ਡਿਫਾਈਨ ਕਰ ਰਹੇ ਆ ਜੌਬ ਦੇ ਨਾਲ ਲੋਕਾਂ ਨੂੰ, ਬਿਕਾਜ਼ ਹੁਣ ਲੋਕਾਂ ਦੀ ਇੱਕ ਜੌਬ ਤਾਂ ਰਹੀ ਨਹੀਂ ਗੀ। ਨਾਓ ਪੀਪਲ ਹੈਵ ਸਾਈਡ ਹਸਲਸ, ਉਹ ਫਰੀਲਾਂਸ ਵੀ ਕਰਦੇ ਨੇ, ਨਾਲ ਹੋਰ ਨੌਕਰੀਆਂ ਵੀ ਕਰਦੇ ਨੇ। ਸੋ ਜਿਹੜੇ ਲੋਕ ਬਿਜ਼ਨਸ ਕੋਈ ਰਨ ਕਰ ਰਹੇ ਆ, ਜਿਹੜੀ ਉਹਨਾਂ ਵਿੱਚ ਉਹ ਐਂਟਰਪ੍ਰੈਨਿਓਰਸ਼ਿਪ ਦੀ ਸਪਿਰਿਟ ਆ, ਆਪਾਂ ਕਹਿ ਸਕਦੇ ਹਾਂ, ਜਜ਼ਬਾ ਆ, ਉਹਦੇ ਨਾਲ ਵੀ ਉਹਨਾਂ ਨੂੰ ਦੇਖਿਆ ਜਾਂਦਾ ਆ। ਅਤੇ ਉਹਦੇ ਨਾਲ ਇਹ ਵੀ ਆਪਾਂ ਕਹਿ ਸਕਦੇ ਹਾਂ ਕਿ ਉਹ ਲੋਕੀ ਐਂਬਿਸ਼ੀਅਸ ਨੇ। ਸੋ ਜੇ ਕੋਈ ਆਪਣਾ ਬਿਜ਼ਨਸ ਰਨ ਕਰ ਰਿਹਾ ਤਾਂ ਉਹਨੂੰ ਜੇ ਕੋਈ ਮਿਲਦਾ ਦਾ ਪਰਸਨ ਨੋਜ਼ ਕਿ ਐਂਬਿਸ਼ੀਅਸ ਆ, ਜੇ ਇਹਦਾ ਬਿਜ਼ਨਸ ਨਹੀਂ ਵੀ ਚੱਲਿਆ, ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਮੁਸ਼ਕਿਲ ਆਈ ਜ਼ਿੰਦਗੀ ਦੇ ਵਿੱਚ, ਚਾਹੇ ਉਹ ਕਾਰੋਬਾਰ ਨਾਲ ਨਾ ਸੰਬੰਧਿਤ ਹੋਵੇ, ਉਹ ਬੰਦਾ ਉਸ ਮੁਸ਼ਕਿਲ ਦੇ ਨਾਲ ਜੂਝ ਸਕਦਾ ਆ ਅਤੇ ਉਹਨੂੰ ਉਹ ਖਿੜੇ ਮੱਥੇ ਮਿਲੂਗਾ। ਸੋ ਜਿਹੜੀ ਨੌਕਰੀ ਆ ਉਹਦਾ ਇਹੀ ਮਤਲਬ ਨਹੀਂ ਗਾ ਸਿਰਫ ਕਿ ਤੁਸੀਂ ਕਿਸੇ ਨੂੰ ਜੱਜ ਕਰ ਰਹੇ ਹੋ ਉਹਨਾਂ ਦੀ ਇਨਕਮ ਐਂਡ ਉਹਨਾਂ ਦਾ ਸਟੇਟਸ, ਬਟ ਉਹ ਉਹਨਾਂ ਦੀ ਪਰਸਨੈਲਿਟੀ ਬਾਰੇ ਵੀ ਤੁਹਾਨੂੰ ਦੱਸ ਸਕਦਾ ਆ। ਬਿਕਾਜ਼ ਇਫ ਸਮਬਡੀ ਇਜ਼ ਅ ਡਾਂਸਰ, ਯੂ ਕੈਨ ਟੈਲ ਵੀ ਉਹਨਾਂ ਦੀ ਪਰਸਨੈਲਿਟੀ ਥੋੜ੍ਹੀ ਜਿਹੀ ਕਿੱਦਾਂ ਹੋਊਗੀ ਉਹਨਾਂ ਨਾਲ ਗੱਲਬਾਤ ਕਰਕੇ। ਨਹੀਂ, ਜਦੋਂ ਇੰਟਰੋਡਕਸ਼ਨ ਹੁੰਦੀ ਆ, ਜਿਵੇਂ ਫਰਜ਼ ਕਰੋ ਕਿਸੇ ਫਾਰਮ ਵਰਕਰ ਆ ਕੋਈ ਜੀ, ਫਾਰਮ ਵਰਕਰ ਦੀ ਮੈਂ ਇੰਟਰੋਡਕਸ਼ਨ ਕਰਾ ਰਿਹਾ, ਪਰ ਉਹ ਇਕੱਲਾ ਫਾਰਮ ਵਰਕਰ ਨਹੀਂ ਹੈ, ਉਹਦੀਆਂ ਹੋਰ ਵੀ ਉਹਦੀਆਂ ਹੌਬੀਜ਼ ਕੀ ਨੇ। ਹਾਂਜੀ, ਔਰ ਉਹ ਉਸ ਫਾਰਮ ਵਰਕ ਤੋਂ ਬਿਨਾਂ ਹੋਰ ਕੀ ਕਰਨ ਦੀ ਐਬਿਲਿਟੀ ਰੱਖਦਾ, ਰਾਈਟ। ਉਹਦੇ ਵਿੱਚ ਬਹੁਤ ਅੱਛੀਆਂ ਹੌਬੀਜ਼ ਹੋ ਸਕਦੀਆਂ, ਉਹਦੇ ਇੰਟਰਸਟ ਇਹੋ ਜਿਹੇ ਹੋ ਸਕਦੇ ਆ ਵੀ ਜੀ ਇਹ ਰੌਕਟ ਬਣਾਉਂਦਾ, ਹਾਂਜੀ, ਇਹਦਾ ਪੈਸ਼ਨ ਜਿਹੜਾ ਉਹ ਹਵਾਈ ਜਹਾਜ਼ ਚਲਾਉਣਾ, ਇਹਦੇ ਕੋਲ PPL ਹੈ ਜਾਂ ਇਹਦੇ ਕੋਲ CPL ਕਮਰਸ਼ੀਅਲ ਪਾਇਲਟ ਵੀ ਹੈ। ਪਰ ਉਹ ਫਾਰਮਰ ਆ, ਇਹ ਜਿਹੜਾ ਕੰਮ ਕਰਦਾ ਫਾਰਮ ਦੇ ਵਿੱਚ ਕੰਮ ਕਰਦਾ, ਫਾਰਮ ਵਰਕਰ ਹੈ, ਇਹਦਾ ਫਾਰਮ ਨਹੀਂ ਗਾ, ਮਜ਼ਦੂਰ ਹੈ ਉੱਥੇ, ਲੇਕਿਨ ਇਹਦਾ ਪੈਸ਼ਨ ਹੈ ਹਵਾਈ ਜਹਾਜ਼ ਚਲਾਉਣਾ। ਔਰ ਇਹਦੇ ਕੋਲ ਹਾਰਲੇ ਡੇਵਿਡਸਨ ਮੋਟਰਸਾਈਕਲ ਆ। ਇਹ ਬੰਦਾ ਜਿਹੜਾ ਪੜ੍ਹਿਆ ਲਿਖਿਆ ਬਹੁਤ ਹੈ, ਇਹਨੇ PhD ਕੀਤੀ ਸੀ ਫਿਜ਼ਿਕਸ ਦੇ ਵਿੱਚ, ਪਰ ਉਸ ਤੋਂ ਬਾਅਦ ਇਹਨੇ ਫਿਜ਼ਿਕਸ ਪੜ੍ਹਾਉਣੀ ਨਹੀਂ ਚਾਹੀ, ਲੇਕਿਨ ਇਹ ਫਾਰਮ ਪਲਾਂਟਸ ਗਰੋ ਹੁੰਦੇ ਦੇਖਣੇ ਪਸੰਦ ਕਰਦਾ। ਇਹ ਫਾਰਮ 'ਚ ਹੀ ਕੰਮ ਕਰਦਾ 10 ਸਾਲ ਤੋਂ। ਹਾਂਜੀ, ਤੁਸੀਂ ਦੇਖ ਰਹੇ ਹੋ ਨਾ ਵੀ ਉਹਦਾ ਕਿੰਨਾ ਜਿਹੜਾ ਹੁਲੀਆ ਸਾਰਾ ਚੇਂਜ ਹੋ ਗਿਆ। ਜੀ, ਇੰਟਰੋਡਕਸ਼ਨ ਜੇ ਮੈਂ ਉਹਨੂੰ ਇੰਟਰੋਡਿਊਸ ਕਰਾ ਦਿੰਦਾ ਕਿ ਜੀ ਇਹ ਫਾਰਮ ਵਰਕਰ ਆ, ਹਾਂਜੀ, ਹਾਂਜੀ, ਉਹਨਾਂ ਨੇ ਦੇਖ ਲੈਣਾ, ਮੈਜਰ ਕਰ ਲੈਣਾ ਵੀ ਕਿੰਨੇ ਪੈਸੇ ਬਣਾਉਂਦਾ, ਕੀ ਇਹਦਾ ਸਟੇਟਸ ਹੈ, ਫਾਰਮ ਵਰਕਰ ਆ। ਪਰ ਜੇ ਮੈਂ ਉਹਨੂੰ ਇੰਟਰੋਡਿਊਸ ਕਰਾ ਦਿੰਦਾ ਉਹਦੇ ਪੈਸ਼ਨਸ, ਉਹਦੀਆਂ ਹੌਬੀਜ਼ ਅਤੇ ਉਹਦੀ ਐਜੂਕੇਸ਼ਨ, ਦੈਨ ਥਿੰਗਸ ਚੇਂਜ। ਐਗਜ਼ੈਕਟਲੀ। ਅਤੇ ਇਹ ਕਿੰਨੀ ਵੱਡੀ ਮਿਸਡ ਓਪਰਚੁਨਿਟੀ ਆ, ਕਿਉਂਕਿ ਤੁਸੀਂ ਆਪ ਸੋਚੋ ਜੇ ਤੁਸੀਂ ਇਸ ਇਨਸਾਨ ਨਾਲ 2 ਘੰਟੇ ਵੀ ਗੱਲ ਕੀਤੀ ਉਹਦੇ ਜੌਬ ਦੇ ਬਾਰੇ, ਤੁਹਾਨੂੰ ਕਿੰਨਾ ਕੁਛ ਉਹਨਾਂ ਬਾਰੇ ਨਹੀਂ ਪਤਾ ਚੱਲੂਗਾ। ਅਤੇ ਇੱਕ ਸਟੱਡੀ ਕੀਤੀ ਗਈ ਸੀਗੀ ਇੱਕ ਯੂਨੀਵਰਸਿਟੀ ਵੱਲੋਂ, ਉਹ ਸਟੱਡੀ ਵਿੱਚ ਉਹਨਾਂ ਨੇ ਇਹ ਪਾਇਆ ਕਿ 1000 ਬੰਦਿਆਂ ਵਿੱਚੋਂ ਜ਼ਿਆਦਾਤਰ ਬੰਦੇ ਇਹੀ ਚੀਜ਼ ਭਾਲਦੇ ਆ ਦੂਜੇ ਇਨਸਾਨ ਦੇ ਵਿੱਚ ਵੀ ਉਹਦੇ ਵਿੱਚ ਅਬਿਲਿਟੀਜ਼ ਅਤੇ ਟੈਲੈਂਟਸ ਕਿਹੜੇ ਆ, ਉਹ ਕਿਹੜੀਆਂ ਚੀਜ਼ਾਂ ਪੈਸ਼ਨ ਦੇ ਜ਼ਰੀਏ, ਇੰਟਰਸਟ ਦੇ ਜ਼ਰੀਏ ਵਧੀਆ ਕਰ ਸਕਦੇ ਆ, ਨਾ ਕਿ ਉਹਨਾਂ ਦੀ ਨੌਕਰੀ। ਸੋ ਜੇ ਇਸ ਸਟੱਡੀ ਨੂੰ ਮੱਦੇਨਜ਼ਰ ਰੱਖਦੇ ਹਾਂ ਆਪਾਂ ਦੇਖੀਏ ਕਿ ਜ਼ਿਆਦਾਤਰ ਲੋਕੀ ਵੈਲਿਊ ਹੀ ਉਹ ਚੀਜ਼ਾਂ ਕਰਦੇ ਆ ਜੋ ਨੌਕਰੀ ਨਾਲ ਇੰਨੀਆਂ ਨਹੀਂ ਜੁੜੀਆਂ ਹੋਈਆਂ, ਫਿਰ ਥੋੜ੍ਹੀ ਜਿਹੀ ਰਿਸਪੋਂਸੀਬਿਲਿਟੀ ਦੀ ਜ਼ਿੰਮੇਵਾਰੀ ਆਪਣੇ ਉੱਪਰ ਵੀ ਆਉਂਦੀ ਹੈ ਕਿ ਜਦੋਂ ਆਪਾਂ ਕਿਸੇ ਨੂੰ ਮਿਲੀਏ ਤਾਂ ਉਹਨਾਂ ਨੂੰ ਉਹਨਾਂ ਦੇ ਇੰਟਰਸਟ ਐਂਡ ਹੌਬੀਜ਼ ਬਾਰੇ ਵੀ ਪੁੱਛੀਏ। ਨਹੀਂ ਤਾਂ ਮਿਸਟਰ ਥਿੰਦ ਇੱਕ ਹੋਰ ਗੱਲ ਵੀ ਹੁੰਦੀ ਹੈ ਕਿ ਜੇ ਤੁਸੀਂ ਪਾਰਟੀ ਵਿੱਚ ਜਾਓਗੇ, ਆਪਣੇ ਪ੍ਰੋਫੈਸ਼ਨ ਬਾਰੇ ਗੱਲ ਕਰੋਗੇ, ਜੇ ਮੈਂ ਰੇਡੀਓ ਹੋਸਟਿੰਗ ਬਾਰੇ ਹੀ ਗੱਲ ਕਰੀ ਜਾਵਾਂ
ਤਾਂ ਮੈਂ ਜ਼ਿਆਦਾਤਰ ਫਰੈਂਡਸ ਐਂਡ ਆਪਣੇ ਆਲੇ ਦੁਆਲੇ ਲੋਕੀ ਵੀ ਉਹੀ ਪਾਉਂਗੀ ਜੋ ਰੇਡੀਓ ਹੋਸਟਿੰਗ ਦੇ ਨਾਲ ਸੰਬੰਧਿਤ ਨੇ। ਅਤੇ ਮੇਰਾ ਜਿਹੜਾ ਨਜ਼ਰੀਆ ਆ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਉਹ ਵੀ ਥੋੜ੍ਹਾ ਜਿਹਾ ਕਲੋਜ਼ਡ ਆਫ ਹੁੰਦਾ ਜਾਊਗਾ। ਟਨਲ ਵਿਜ਼ਨ ਆ ਉਹ ਤਾਂ। ਟਨਲ ਵਿਜ਼ਨ ਆ, ਐਗਜ਼ੈਕਟਲੀ। ਸੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਵੱਖਰੀਆਂ ਵੱਖਰੀਆਂ ਇੰਡਸਟਰੀਜ਼ ਵਿੱਚੋਂ, ਦੁਨੀਆ ਦੇ ਵੱਖਰੇ ਵੱਖਰੇ ਖੇਤਰਾਂ ਵਿੱਚੋਂ ਲੋਕ ਤੁਹਾਡੀ ਜ਼ਿੰਦਗੀ ਵਿੱਚ ਹੋਣ ਅਤੇ ਉਹ ਤੁਹਾਡੇ ਫਰੈਂਡਸ ਬਣਨ, ਤੁਹਾਡਾ ਨਜ਼ਰੀਆ ਬਦਲਣ, ਤੁਹਾਨੂੰ ਨਵੇਂ ਨਵੇਂ ਨਜ਼ਰੀਏ ਦੇਖਣ ਨੂੰ ਮਿਲਣ, ਦੈਨ ਯੂ ਹੈਵ ਟੂ ਮੇਕ ਫਰੈਂਡਸ ਆਊਟਸਾਈਡ ਆਫ ਯੂਰ ਪ੍ਰੋਫੈਸ਼ਨਲ ਸਰਕਲ, ਜੋ ਕਿ ਔਖਾ ਆ। ਬਹੁਤ ਲੋਕੀ ਆਪਣੇ ਪ੍ਰੋਫੈਸ਼ਨ ਦੇ ਵਿੱਚ ਹੀ ਫਰੈਂਡਸ ਬਣਾਉਂਦੇ ਨੇ ਅਤੇ ਉਹਨਾਂ ਦੇ ਜਿਹੜੇ ਲਾਈਫ ਲੌਂਗ ਦੋਸਤ ਮਿੱਤਰ ਨੇ ਉਹਨਾਂ ਦੇ ਪ੍ਰੋਫੈਸ਼ਨ ਦੇ ਵਿੱਚ, ਉਹਨਾਂ ਦੀ ਨੌਕਰੀ ਨਾਲ ਸੰਬੰਧਿਤ ਹੀ ਹੁੰਦੇ ਆ। ਔਰ ਬੜੀ ਇਹ ਮੰਦਭਾਗੀ ਗੱਲ ਇਹ ਆ ਕਿ ਜਿਹੜੇ ਲੋਕ ਆਪਣੀਆਂ ਜੋਬ ਐਪਲੀਕੇਸ਼ਨਸ ਭਰਦੇ ਆ, ਹਾਂਜੀ, ਉਹ ਜਿਹੜੀ ਜੋਬ ਲਈ ਅਪਲਾਈ ਕਰ ਰਹੇ ਹੁੰਦੇ ਆ ਉਹਦੇ ਸੂਟੇਬਲ ਇਨਫੋਰਮੇਸ਼ਨ ਆਪਣੀ ਇਕੱਠੀ ਕਰਕੇ ਭਰ ਦਿੰਦੇ ਆ, ਪਰ ਉਹ ਅਸਲ ਦੇ ਵਿੱਚ ਕੀ ਨੇ ਉਹਦੇ ਬਾਰੇ ਉਹ ਦੱਸਣ ਅਸਮਰੱਥ ਰਹਿੰਦੇ ਜਾਂ ਜਾਣ ਕੇ ਨਹੀਂ ਦੱਸਦੇ। ਹਾਂਜੀ। ਔਰ ਜਿਹੜਾ ਪੜ੍ਹਨ ਵਾਲਾ ਉਹ ਤਾਂ ਸਿਰਫ ਉਸੇ ਇਨਫੋਰਮੇਸ਼ਨ ਦੇ ਉੱਤੇ ਫੈਸਲਾ ਕਰਦਾ, ਪਰ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਉਹਨੇ ਮੈਂਸ਼ਨ ਨਹੀਂ ਕੀਤੀਆਂ, ਹੋ ਸਕਦਾ ਉਹ ਕਿਤੇ ਵੱਧ ਇੰਟਰਸਟਿੰਗ ਹੋਣ ਉਸਦੇ ਰੈਜ਼ੂਮੇ ਨਾਲੋਂ। ਐਗਜ਼ੈਕਟਲੀ। ਮੈਂ ਤੁਹਾਨੂੰ ਇੱਕ ਬੜੀ ਦਿਲਚਸਪ ਗੱਲ ਸੁਣਾਉਣੀ ਆ। ਤੁਸੀਂ ਆਨਲਾਈਨ ਡੇਟਿੰਗ ਬਾਰੇ ਤਾਂ ਸੁਣਿਆ ਹੀ ਆ, ਹੈ ਨਾ, ਕਿ ਤੁਸੀਂ ਪ੍ਰੋਗਰਾਮ ਕੀਤੇ ਕਈ। ਹਾਂਜੀ, ਪ੍ਰੋਗਰਾਮ ਵੀ ਕੀਤੇ ਆ ਤੁਸੀਂ। ਫੋਟੋ ਆਉਂਦੀ ਹੈ ਕਿਸੇ ਵੀ ਐਪ ਉੱਪਰ ਅਤੇ ਤੁਸੀਂ ਲੈਫਟ ਸਵਾਈਪ ਕਰਦੇ ਹੋ ਜੇ ਤੁਹਾਨੂੰ ਪਸੰਦ ਆ ਗਈ ਫੋਟੋ, ਅਤੇ ਤੁਸੀਂ ਰਾਈਟ ਸਵਾਈਪ ਕਰਦੇ ਹੋ ਜੇ ਤੁਹਾਨੂੰ ਉਹ ਪ੍ਰੋਫਾਈਲ ਜਾਂ ਇਨਸਾਨ ਨਹੀਂ ਪਸੰਦ ਆਇਆ। ਇਹ ਚੀਜ਼ ਬਿਜ਼ਨਸਿਸ ਲਈ ਵੀ ਹੁਣ ਐਗਜ਼ਿਸਟ ਕਰਦੀ ਆ ਐਂਡ ਕਾਫੀ ਐਪਸ ਇਹਨੂੰ ਇੰਟੀਗ੍ਰੇਟ ਕਰ ਰਹੇ ਆ। ਸੋ ਜੇ ਫੋਰ ਐਗਜ਼ਾਮਪਲ ਮੈਂ ਕਿਸੇ ਨਵੇਂ ਸ਼ਹਿਰ ਦੇ ਵਿੱਚ ਮੂਵ ਹੋਈ ਹਾਂ ਅਤੇ ਮੈਂ ਆਪਣੇ ਨਾਲ ਦੇ ਬਿਜ਼ਨਸ, ਆਪਣੀ ਇੰਡਸਟਰੀ ਦੇ ਵਿੱਚ ਹੋਰ ਲੋਕਾਂ ਨੂੰ ਮਿਲਣਾ ਚਾਹੁੰਦੀ ਹਾਂ, ਜਾਂ ਮੇਰੀ ਇੰਡਸਟਰੀ ਹੈਗੀ ਤਾਂ ਰੇਡੀਓ ਬ੍ਰੌਡਕਾਸਟਿੰਗ ਆ, ਪਰ ਮੈਨੂੰ ਲਾਅ ਦੇ ਵਿੱਚ ਬਹੁਤ ਇੰਟਰਸਟ ਆ, ਮੈਂ ਲਾਅ ਦੇ ਨਾਲ ਸੰਬੰਧਿਤ ਲੋਕਾਂ ਨੂੰ ਮਿਲਣਾ ਚਾਹੁੰਦੀ ਹਾਂ, ਮੈਂ ਉਸ ਐਪ ਦੇ ਵਿੱਚ ਜਾ ਕੇ ਬਿਜ਼ਨਸ ਮੋਡ ਸਿਲੈਕਟ ਕਰ ਸਕਦੀ ਹਾਂ ਅਤੇ ਬਿਜ਼ਨਸ ਮੋਡ ਦੇ ਜ਼ਰੀਏ ਉੱਦਾਂ ਹੀ ਫੋਟੋ ਆਊਗੀ ਇਨਸਾਨ ਦੀ, ਉੱਦਾਂ ਹੀ ਪ੍ਰੋਫਾਈਲ ਆਊਗੀ, ਪਰ ਉਹ ਬਿਜ਼ਨਸ ਦੇ ਨਾਲ ਚੀਜ਼ਾਂ ਸੰਬੰਧਿਤ ਹੋਣਗੀਆਂ। ਰੈਜ਼ੂਮੇ ਟਾਈਪ ਸਿਚੁਏਸ਼ਨ ਬਣ ਜਾਂਦੀ ਹੈ, ਪਰ ਉਹਦੇ ਵਿੱਚ ਇੱਦਾਂ ਨਹੀਂ ਕਿ ਸਿਰਫ ਕਿਸੇ ਜੋਬ ਦੇ ਲਈ ਰੈਜ਼ੂਮੇ ਆ, ਤੁਸੀਂ ਐਕਚੁਅਲੀ ਜਾਣ ਸਕਦੇ ਹੋ ਉਹਨਾਂ ਦੇ ਇੰਟਰਸਟ ਕੀ ਆ, ਹੋਰ ਕਿਹੜੀ ਕਿਹੜੀ ਇੰਡਸਟਰੀਜ਼ ਵਿੱਚ ਹੈਗੇ ਨੇ, ਅਤੇ ਤੁਸੀਂ ਉਹ ਲੈਫਟ ਸਵਾਈਪ ਰਾਈਟ ਸਵਾਈਪ ਕਰ ਸਕਦੇ ਹੋ। ਫਿਰ ਤੁਹਾਡਾ ਜੇ ਕਿਸੇ ਨੇ ਤੁਹਾਡੇ ਉੱਪਰ ਵੀ ਰਾਈਟ ਸਵਾਈਪ ਕੀਤਾ, ਤੁਹਾਡਾ ਮੈਚ ਹੋ ਜਾਂਦਾ ਅਤੇ ਤੁਸੀਂ ਬਿਜ਼ਨਸ ਪ੍ਰੋਫੈਸ਼ਨਲ ਕਨਵਰਸੇਸ਼ਨ ਕਰ ਸਕਦੇ ਹੋ ਉਹਨਾਂ ਦੇ ਨਾਲ। ਸੋ ਇਟਸ ਲਾਈਕ ਡੇਟਿੰਗ ਬਟ ਪ੍ਰੋਫੈਸ਼ਨਲੀ। ਜੀ, ਇਹ ਨਵੀਂ ਕੈਟਾਗਰੀ ਆ। ਹਾਂਜੀ। ਕਿ ਕਿਸ ਤਰੀਕੇ ਨਾਲ ਮਨੁੱਖ ਦੀ ਆਈਡੈਂਟਿਟੀ ਹੈ ਜਿਹੜੀ ਉਹ ਉਸਦੇ ਪ੍ਰੋਫੈਸ਼ਨ ਨਾਲ ਜੋੜ ਦਿੱਤੀ ਜਾਂਦੀ ਹੈ। ਲੇਕਿਨ ਇਸ ਨੂੰ ਨਿਖੇੜ ਕੇ ਵੇਖਣ ਵਾਲੀ ਨਵੀਂ ਜਨਰੇਸ਼ਨ ਜਿਹੜੀ ਆ ਉਹ ਇਹਨਾਂ ਗੱਲਾਂ ਦੀ ਹੁਣ ਪਰਵਾਹ ਨਹੀਂ ਕਰਦੇ ਕਿ ਉਹਦਾ ਐਕਚੁਅਲ ਪ੍ਰੋਫੈਸ਼ਨ ਕੀ ਹੈ। ਉਹ ਦੇਖਦੇ ਇਹਦਾ ਪੈਸ਼ਨ ਕੀ ਹੈ, ਇਹਦੀਆਂ ਸ਼ੌਕ ਕੀ ਨੇ, ਇਹਦੀਆਂ ਹੌਬੀਜ਼ ਕੀ ਨੇ, ਇਹਦੀਆਂ ਹੋਰ ਐਬਿਲਿਟੀਜ਼ ਕੀ ਨੇ। ਇੱਥੋਂ ਤੱਕ ਕਿ ਅੱਜ ਕੱਲ੍ਹ ਮੈਂ ਤਾਂ ਇਹ ਸੁਣਿਆ ਕਿ ਬਾਕੀ ਸਾਰੀ ਗੱਲਾਂ ਦੇ ਬਾਵਜੂਦ ਜਿਹੜੀ ਮੁੱਢਲੀ ਇੰਟਰੋਡਕਸ਼ਨ ਹੈ ਜਾਂ ਉਹਦੇ ਵਿੱਚ ਲੜਕੀਆਂ ਜਾਂ ਲੜਕੇ ਇਹ ਦੇਖਦੇ ਆ ਕਿ ਇਹਦੀ ਸਪਿਰਿਚੁਅਲ ਅੰਡਰਸਟੈਂਡਿੰਗ ਕਿੰਨੀ ਕਾ, ਜੀ, ਇਹ ਸਪਿਰਿਚੁਅਲੀ ਕਿੰਨਾ ਇਨਹੈਂਸਡ ਹੈ, ਜਾਂ ਕਿ ਇਸ ਦਾ ਕੋਈ ਵਿਸ਼ਵਾਸ ਨਹੀਂ ਇਸ ਗੱਲ ਦੇ ਵਿੱਚ, ਜਾਂ ਕੋਈ ਬਾਕੀ ਦੀ ਉਹਦੀ ਬੌਧਿਕਤਾ ਅਤੇ ਹੋਰ ਉਸ ਦੀ ਦਿੱਖ ਅਤੇ ਫਿਜ਼ੀਕਲ ਅਤੇ ਉਸਦਾ ਫਾਈਨੈਂਸ਼ੀਅਲ ਸਟੇਟਸ ਦੇ ਨਾਲ ਵੀ ਸਪਿਰਿਚੁਅਲੀ ਕੋਈ ਵਿਕਾਸ ਹੋਇਆ ਇਹਦਾ। ਹਾਂਜੀ, ਇਹ ਵੀ ਵੇਖਿਆ ਜਾਂਦਾ ਬਿਲਕੁਲ। ਅਤੇ ਅਗੇਨ ਆਮ ਨਾਟ ਐਨ ਐਕਸਪਰਟ ਔਨ ਦਿਸ, ਪਰ ਜਿੰਨਾ ਕੁ ਮੈਨੂੰ ਪਤਾ ਉਹਦੇ ਮੁਤਾਬਿਕ ਹੁਣ ਸਿਰਫ ਧਰਮ ਬਾਰੇ ਨਹੀਂ ਗੱਲ ਕੀਤੀ ਜਾਂਦੀ। ਜਿਵੇਂ ਪਹਿਲਾਂ ਤਾਂ ਸਿਰਫ ਧਰਮ ਪੁੱਛਿਆ ਜਾਂਦਾ ਸੀਗਾ ਵੀ ਤੁਸੀਂ ਕਿਹੜੇ ਧਰਮ ਤੋਂ, ਪਰ ਧਰਮ ਨੂੰ ਸਪਿਰਿਚੁਅਲਿਟੀ ਨਾਲੋਂ ਵੱਖਰਾ ਦੇਖਿਆ ਜਾਂਦਾ ਆ। ਯੈਸ, ਕਿ ਬਹੁਤ ਲੋਕੀ ਅਜਿਹੇ ਵੀ ਨੇ ਜਿਹੜੇ ਕਹਿਣਗੇ ਮੈਂ ਕਿਸੇ ਧਰਮ ਦੇ ਨਾਲ ਨਹੀਂ ਆਈਡੈਂਟੀਫਾਈ ਕਰਦਾ ਆਪਣੇ ਆਪ ਨੂੰ, ਬਟ ਆਮ ਸਪਿਰਿਚੁਅਲ, ਜਾਂ ਮੈਂ ਰੱਬ ਦੇ ਵਿੱਚ ਮੰਨਦਾ, ਕਿਸੇ ਹਾਇਰ ਪਾਵਰ ਵਿੱਚ ਮੰਨਦਾ, ਯੂਨੀਵਰਸ ਦੇ ਵਿੱਚ ਮੰਨਦਾ ਆ। ਆਪਣੇ ਤਰੀਕੇ ਆ, ਉਹਨਾਂ ਦੇ ਆਪਣੇ ਆਪਣੇ ਤਰੀਕੇ ਆ। ਅਤੇ ਉਹਦੇ ਵਿੱਚ ਉਹ ਚੀਜ਼ ਡਿਸਕਸ ਕਰਨ ਦਾ ਭਾਵ ਇਹ ਹੁੰਦਾ ਆ ਕਿ ਨੌਕਰੀ ਤਾਂ ਠੀਕ ਆ, ਇਨਕਮ ਤਾਂ ਠੀਕ ਆ, ਉਹ ਸਭ ਕੁਛ ਤਾਂ ਹੈ ਹੀ, ਪਰ ਕੀ ਆਪਣੇ ਜਿਹੜੇ ਵਿਚਾਰ ਨੇ ਉਹ ਵੀ ਅੱਗੇ ਜਾ ਕੇ ਮੇਲ ਖਾਣਗੇ ਕਿ ਨਹੀਂ। ਕਿਉਂਕਿ ਜੇ ਜ਼ਿੰਦਗੀ ਦੇ ਵਿੱਚ ਕੋਈ ਵੀ ਸਿਚੁਏਸ਼ਨ ਆਉਂਦੀ ਆ, ਚਾਹੇ ਉਹ ਬੱਚਿਆਂ ਨੂੰ ਲੈ ਕੇ ਹੋਵੇ, ਅੱਗੇ ਜਾ ਕੇ ਮਾਂ ਪਿਓ ਨੂੰ ਲੈ ਕੇ ਹੋਵੇ, ਜਾਂ ਤੁਹਾਡੀ ਆਪਣੀ ਅੰਡਰਸਟੈਂਡਿੰਗ ਨੂੰ ਲੈ ਕੇ ਹੋਵੇ, ਸਪਿਰਿਚੁਅਲ ਬਿਲੀਫਸ ਕੀ ਹੈ, ਜਾਂ ਉਹ ਸਪਿਰਿਚੁਅਲ ਬਿਲੀਫਸ ਇਨਫਲੂਐਂਸ ਕਰਨਗੀਆਂ। ਤੁਹਾਡੀ ਨੌਕਰੀ ਬਹੁਤਾ ਨਹੀਂ ਉਸ ਚੀਜ਼ ਨੂੰ ਇਨਫਲੂਐਂਸ ਕਰਦੀ, ਛੁੱਟ ਵੀ ਸਕਦੀ ਆ। ਐਗਜ਼ੈਕਟਲੀ। ਪਰ ਜਿਹੜੀ ਸਪਿਰਿਚੁਅਲ ਬਿਲੀਫ ਆ ਅਤੇ ਤੁਹਾਡੇ ਧਰਮ ਬਾਰੇ ਤੁਹਾਡੀ ਕੀ ਸੋਚਣੀ ਹੈਗੀ ਆ, ਉਹ ਬਹੁਤ ਘੱਟ ਬਦਲਦੀ ਆ, ਅਤੇ ਉਹ ਬਦਲਣੀ ਔਖੀ ਵੀ ਬਹੁਤ ਹੁੰਦੀ ਆ। ਨੌਕਰੀ ਤਾਂ ਤੁਸੀਂ ਕਿਸੇ ਨੂੰ ਕਨਵਿੰਸ ਕਰ ਦੋਗੇ ਕਿ ਯੂ ਨੋ ਵਾਟ, ਤੁਸੀਂ ਹੋਰ ਨੌਕਰੀ
ਕਰ ਅੱਛਾ ਲਓ। ਹੋਰ ਕਈ ਟ੍ਰੈਂਡਸ ਜਿਹੜੇ ਨਵੇਂ ਮੈਂ ਮਹਿਸੂਸ ਕਰ ਰਿਹਾ ਹਾਂ, ਤੁਸੀਂ ਤਾਂ ਇਹਦੇ ਬਾਰੇ ਵੱਧ ਜਾਣਦੇ ਹੋ। ਜਿਹੜੀ ਕੰਪਨੀਆਂ ਨੇ ਵੀ ਕੀ ਕੀਤਾ, ਜਿਹੜੀਆਂ ਟ੍ਰੈਡੀਸ਼ਨਲ ਕੰਪਨੀਆਂ ਸੀ ਉਹਨਾਂ ਨੇ ਵੀ ਆਪਣਾ ਰਵੱਈਆ ਥੋੜ੍ਹਾ ਜਿਹਾ ਨੈਵੀਗੇਟ ਕਰ ਲਿਆ, ਬਦਲ ਲਿਆ। ਜੀ ਉਹ ਦੇਖ ਰਿਹਾ ਕਿ ਸਾਡੇ ਵਰਕਰ ਕਿਹੋ ਜਿਹੇ ਆ ਰਹੇ ਆ। ਜੇ ਕੋਈ ਵੈਲਿਊਏਬਲ ਵਰਕਰ ਆਪ ਬਿਜ਼ਨਸਮੈਨ ਬਣਨਾ ਚਾਹੁੰਦਾ, ਇੱਕ ਮਿੰਟ ਲਈ ਉਹ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਆ, ਕੋਈ ਔਰਤ ਕੰਮ ਕਰਦੀ ਹੈ ਕਿਸੇ ਕੰਪਨੀ ਲਈ, ਕਿੰਨੇ ਸਾਲਾਂ ਤੋਂ ਕੰਮ ਕਰ ਰਹੀ ਆ, ਪਰ ਉਹ ਆਪਣਾ ਬਿਜ਼ਨਸ ਖੋਲ੍ਹਣਾ ਚਾਹੁੰਦੀ ਆ। ਇੱਕ ਤਾਂ ਇਹ ਆ ਕਿ ਬਿਜ਼ਨਸ ਵਾਲੇ ਨੂੰ ਜੇ ਪਤਾ ਲੱਗ ਗਿਆ ਜਾਂ ਉਹ ਦੱਸ ਦੇਵੇ ਕਿ ਮੈਂ ਤਾਂ ਆਪ ਆਪਣਾ ਬਿਜ਼ਨਸ ਸ਼ੁਰੂ ਕਰਨਾ। ਕਈ ਕੰਪਨੀਆਂ ਜਿਹੜੀ ਓਲਡ ਟ੍ਰੈਡੀਸ਼ਨਲ ਕੰਪਨੀਆਂ ਤਾਂ ਅੱਗ ਬਬੂਲਾ ਹੋ ਜਾਏਗਾ ਮੈਨੇਜਰ ਜਾਂ ਮਾਲਕ, ਹੈਂ ਤੂੰ ਮੇਰੇ ਬਰਾਬਰ ਕੰਪੀਟੀਸ਼ਨ ਕਰਨਾ, ਜ਼ਿਆਦਾ ਔੜ ਜਾ, ਕੱਲ੍ਹ ਨੂੰ ਨਾ ਆਈ। ਰਾਈਟ, ਤੇ ਜੇ ਤੂੰ ਅੰਦਰੇ ਅੰਦਰ ਇਹ ਸੋਚ ਰਿਹਾ ਕਿ ਮੈਂ ਬਿਜ਼ਨਸ ਆਪਣਾ, ਮੈਂ ਤਾਂ ਇਹ ਸੁਣ ਰਿਹਾ ਕਿ ਹੁਣ ਜਿਹੜੀਆਂ ਕੰਪਨੀਆਂ ਨੇ ਵੀ ਆਪਣਾ ਰਵੱਈਆ ਬਦਲ ਲਿਆ। ਉਹ ਕਹਿੰਦੇ ਸ਼ੋਰ ਅਸੀਂ ਤੇਰੀ ਮਦਦ ਕਰਦੇ ਹਾਂ, ਤੂੰ ਕਿਸ ਕਿਸਮ ਦਾ ਬਿਜ਼ਨਸ ਖੋਲ੍ਹਣਾ ਅਸੀਂ ਤੇਰੀ ਹੈਲਪ ਕਰਾਂਗੇ, ਤੈਨੂੰ ਕੰਪਨੀ ਰਜਿਸਟਰ ਕਰਾ ਕੇ ਦੇਵਾਂਗੇ, ਤੂੰ ਸਾਡੇ ਰਿਸੋਰਸਿਸ ਯੂਜ਼ ਕਰ ਸਕਦਾ। ਜੀ ਉਹਨਾਂ ਨੂੰ ਕੀ ਫਾਇਦਾ ਪਹੁੰਚਦਾ ਫਿਰ? ਫਾਇਦਾ ਇਹ ਹੈ ਮਿਸਟਰ ਥਿੰਦ ਕਿ ਤੁਸੀਂ ਸੋਚੋ ਜੇ ਮੈਂ ਬਹੁਤ ਹੀ ਵੈਲਿਊਬਲ EMPLOYE ਹੋਵਾਂ ਤੇ ਅੱਜ ਸਾਬਣ ਦੀ ਐਗਜ਼ਾਮਪਲ ਹੀ ਚੱਲ ਰਹੀ ਉਹੀ ਚਲਾਉਂਦੇ ਹਾਂ ਐਂਡ ਵੀਰ ਮੇਕਿੰਗ ਸੋਪ। ਜੇ ਮੈਂ ਕਹਾਂ ਕਿ ਮੈਂ ਆਪ ਬਾਹਰ ਜਾ ਕੇ ਆਈ ਵਾਂਟ ਟੂ ਮੇਕ ਮਾਈ ਓਨ ਸੋਪ, ਅਤੇ ਤੁਹਾਨੂੰ ਪਤਾ ਆ ਕਿ ਨੈਨਾ ਦੇ ਕੋਲ ਰਿਸੋਰਸਿਸ ਤਾਂ ਨਹੀਂ ਹੈਗੇ ਪਰ ਟੈਲੈਂਟ ਜ਼ਰੂਰ ਹੈ, ਕਿਤੇ ਨਾ ਕਿਤੇ ਰਿਸੋਰਸ ਇਕੱਠੇ ਕਰਕੇ ਇਹਨੇ ਵਧੀਆ ਸਾਬਣ ਬਣਾ ਲੈਣਾ ਅਤੇ ਹੋ ਸਕਦਾ ਵੀ ਮੇਰੀਆਂ ਸਾਬਣ ਦੀਆਂ ਸੇਲਸ ਘੱਟ ਜਾਣ ਅਤੇ ਇਹ ਮੈਨੂੰ ਵਧੀਆ ਕੰਪੀਟੀਸ਼ਨ ਦੇਣ ਲੱਗ ਜਾਵੇ। ਤਾਂ ਐਜ਼ ਅ ਬਿਜ਼ਨਸ ਮੈਨ ਔਰ ਬਿਜ਼ਨਸ ਵੂਮਨ ਸਮਾਰਟਰ ਡਿਸੀਜ਼ਨ ਇਹ ਹੋਊਗੀ ਕਿ ਮੈਂ ਕਹਾਂ ਕਿ ਓਕੇ ਤੁਸੀਂ ਆਪਣਾ ਸਾਬਣ ਬਣਾਉਣਾ ਚਾਹੁੰਦੇ ਹੋ, ਯੂ ਵਾਂਟ ਟੂ ਮੇਕ ਯੂਰ ਓਨ ਕੰਪਨੀ, ਨੈਣਾ ਗਰੇਵਾਲ ਸਾਬਣ, ਹਾਂਜੀ ਮੈਂ ਤੁਹਾਨੂੰ ਰਿਸੋਰਸਿਸ ਦਿੰਦਾ ਆ, ਤੁਸੀਂ ਸਾਡੀ ਕੰਪਨੀ ਦੇ ਵਿੱਚ ਰਹਿ ਕੇ ਹੀ ਐਂਟਰਪ੍ਰੈਨਿਓਰ ਵਾਂਗੂ ਤੁਹਾਨੂੰ ਕੋਈ ਸਵਾਲ ਨਹੀਂ ਪੁੱਛੂਗਾ, ਤੁਹਾਨੂੰ ਜੋ ਚਾਹੀਦਾ ਆ ਸਾਨੂੰ ਦੱਸੋ, ਤੁਸੀਂ ਬਜਟ ਤੈਅ ਕਰੋ ਜਾਂ ਆਪਾਂ ਦੋਨੇ ਇਕੱਠੇ ਰਲ ਮਿਲ ਕੇ ਬਜਟ ਤੈਅ ਕਰ ਲਾਂਗੇ। ਤੂੰ ਆਪਣਾ ਬ੍ਰਾਂਡ ਚਲਾ ਲਾ, ਆਪਣਾ ਤੁਸੀਂ ਬ੍ਰਾਂਡ ਚਲਾਓ, ਇਹਦਾ 10% ਸਾਨੂੰ ਦੇ ਦਿਓ ਜਾਂ 5% ਸਾਨੂੰ ਦੇ ਦਿਓ, ਜਾਂ ਜੇ ਤੁਹਾਡਾ ਬ੍ਰਾਂਡ ਇਹ ਆਪਣਾ ਹੋਊਗਾ ਵੀ ਇਟਸ ਸਟਿਲ ਗੋਇੰਗ ਟੂ ਬੀ ਅੰਡਰ ਮਾਈ ਪੇਰੈਂਟ ਕੰਪਨੀ, ਸਬਸਿਡਿਊਰੀ ਬਣਾ ਲਓ। ਯਾ ਅਤੇ ਉਹਦੇ ਨਾਲ ਹੁਣ ਕਾਮੇ ਨੂੰ ਕੀ ਫਾਇਦਾ ਹੋ ਜਾਂਦਾ, ਕਾਮੇ ਨੂੰ ਨੌਕਰੀ ਛੱਡ ਕੇ ਬਾਹਰ ਨਹੀਂ ਜਾਣਾ ਪੈਂਦਾ ਕਿਉਂਕਿ ਇਨਵੈਸਟਰ ਲੱਭਣੇ ਵੀ ਤਾਂ ਕੰਮ ਕੀ ਹੋਈ ਆ ਅਤੇ ਬਹੁਤ ਔਖਾ ਆ ਨੌਕਰੀ ਛੱਡ ਕੇ। ਐਗਜ਼ੈਕਟਲੀ, ਬਿਜ਼ਨਸ ਚੱਲੇ ਨਾ ਚੱਲੇ ਜੀ ਉਹ ਕਹਿੰਦੇ ਤੂੰ ਨੌਕਰੀ ਵੀ ਕਰੀ ਜਾ ਤੇ ਤੇਰੇ ਨਵਾਂ ਬਿਜ਼ਨਸ ਵੀ ਆਪਣਾ ਚਲਾ ਲਾ, ਹਾਂਜੀ ਅਸੀਂ ਤੇਰੀ ਹੈਲਪ ਵੀ ਕਰਾਂਗੇ, ਹਾਂਜੀ ਪਰ ਸਾਨੂੰ ਇੰਨਾ ਕੱਟ ਦੇ ਦਿਆ ਕਰੀ ਵਿੱਚ। ਐਗਜ਼ੈਕਟਲੀ, ਸੋ ਕੱਟ ਵੀ ਹੋ ਸਕਦਾ ਹੈ, ਨਹੀਂ ਤਾਂ ਈਵਨ ਜੇ ਕੋਈ ਕੰਪਨੀ ਓਨ ਕਰਦੀ ਹੈ ਕਿਸੇ ਬ੍ਰਾਂਡ ਨੂੰ, ਉਹੀ ਬਹੁਤ ਵੱਡੀ ਗੱਲ ਹੋ ਜਾਂਦੀ ਆ ਕਿਉਂਕਿ ਫਿਰ ਜਿਹੜਾ ਕੰਮ ਆਇਆ ਉਹ ਛੱਡ ਕੇ ਨਹੀਂ ਜਾ ਸਕਦਾ, ਆਪਣੇ ਬ੍ਰਾਂਡ ਨੂੰ ਨਹੀਂ ਲੈ ਕੇ ਜਾ ਸਕਦਾ ਉਸ ਕੰਪਨੀ ਤੋਂ ਬਾਹਰ। ਹੁਣ ਮੈਂ ਇਹਨਾਂ ਨਾ ਸੁਣ ਰਿਹਾ ਵੀ ਕਈ ਕੰਪਨੀਆਂ 'ਚ ਜਿਹੜੇ ਕੰਮ ਕਰਨ ਵਾਲੇ ਆ, ਵੈਲਿਊਏਬਲ EMPLOYE ਆ, ਜਿਹੜਾ ਕੰਪਨੀ ਲਈ ਵੈਲਿਊ ਨਹੀਂ ਰੱਖਦਾ ਕੋਈ EMPLOYE, ਉਹਦੀ ਤਾਂ EMPLOYER ਪਰਵਾਹ ਨਹੀਂ ਕਰਦਾ, ਛੱਡਣਾ ਛੱਡ ਜਾਏ, ਚਲਾ ਜਾਣਾ ਚਲੇ ਜਾਏ, ਆਉਂਦੇ ਜਾਂਦੇ ਰਹਿੰਦੇ EMPLOYE। ਜੀ, ਪਰ ਜਿਹੜੇ ਵੈਲਿਊਏਬਲ EMPLOYE ਨੇ, ਜਿਹੜੇ EMPLOYE ਉਹਨਾਂ ਨੂੰ ਪੈਸੇ ਬਣਾ ਕੇ ਦੇ ਰਹੇ ਨੇ, ਉਹਨਾਂ ਲਈ ਮੈਂ ਦੇਖਿਆ ਕਈ ਵਾਰੀ ਉਹ 6-6 ਮਹੀਨੇ ਕਿਸੇ ਟ੍ਰਿਪ 'ਤੇ ਹੀ ਭੇਜ ਦਿੰਦੇ ਨੇ, ਜਾਂ ਵੀ ਤੂੰ ਜਾ ਕੇ ਉੱਥੇ ਰਿਸਰਚ ਕਰ ਲਾ ਜਾਂ ਕੁਛ ਇਹੋ ਜਿਹਾ ਉਹਨੂੰ ਕਰ ਦਿੰਦੇ ਨੇ, ਤਨਖਾਹ ਮਿਲੀ ਜਾਂਦੀ ਆ, ਪਰ ਉਹ ਛੱਡ ਕੇ ਉਹ ਨਹੀਂ ਮੈਂ ਯੂਰਪ ਨੂੰ ਭੱਜਣਾ, ਮੈਂ ਛੱਡ ਕੇ ਚਲੇ ਵੀ ਜਾਂਦੇ ਕਈ ਇਸ ਤਰ੍ਹਾਂ ਦੇ ਬੰਦੇ। ਇਹ ਜਿਹੜਾ ਨਵਾਂ ਟਰੈਂਡ ਹੈ ਇਹ ਵੀ ਕਿਸੇ ਵੀ EMPLOYE ਨੂੰ 5-6 ਮਹੀਨੇ ਦੀ ਕੋਈ ਅਸਾਈਨਮੈਂਟ ਦੂਸਰੇ ਮੁਲਕ 'ਚ ਐਸੀ ਦੇ ਦੇਣੀ ਕਿ ਤੁਹਾਡੇ ਲਈ ਉਹ ਕੰਮ ਕਰਦਾ ਰਹਿੰਦਾ। ਜੀ, ਇਹ ਟਰੈਂਡ ਪੁਰਾਣਾ ਨੀਗਾ ਪਰ ਇਹ ਹੁਣ ਇਹਦੀ ਫਰੀਕੁਐਂਸੀ ਇਨਕਰੀਜ਼ ਹੋ ਚੁੱਕੀ ਆ, ਜ਼ਿਆਦਾ ਕੰਪਨੀਜ਼ ਹੁਣ ਇਹਨੂੰ ਆਫਰ ਕਰਨ ਲੱਗ ਗਈਆਂ ਨੇ। ਇਹਦੀ ਟੈਕਨੀਕਲ ਟਰਮ ਸਬੈਟੀਕਲ ਆ, ਜੇ ਤੁਸੀਂ ਆਪਣੇ ਆਪ ਹੀ ਲੈਣੀ ਹੋਵੇ ਥੋੜ੍ਹੇ ਚਿਰ ਬਾਅਦ, 3-4 ਸਾਲ ਬਾਅਦ ਔਰ 7 years ਬਾਅਦ ਤੁਹਾਨੂੰ 6 ਮਹੀਨੇ ਆਫ ਮਿਲਦੇ ਆ। ਪਰ ਕਈ ਕੰਪਨੀਜ਼ ਉਦੋਂ ਪਹਿਲਾਂ ਵੀ ਉਹ ਪਾਰਟਨਰ ਕਰ ਲੈਂਦੀਆਂ ਨੇ ਕਿਸੇ ਥਰਡ ਪਾਰਟੀ ਦੇ ਨਾਲ, ਫੋਰ ਐਗਜ਼ਾਮਪਲ ਕਿਸੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨਾਲ ਉਹਨਾਂ ਨੇ ਪਾਰਟਨਰ ਕਰ ਲੈਣਾ ਅਤੇ ਫਿਰ ਉਹਨਾਂ ਨੇ ਆਪਣੇ ਕਾਮਾਂ ਨੂੰ ਆਫਰ ਕਰਨਾ। ਜੇ ਕੋਈ ਵੀ ਜਾ ਕੇ ਕੈਨਿਆ ਦੇ ਵਿੱਚ ਇਹ ਸਕੂਲ ਬਿਲਡ ਕਰਨ ਲਈ ਮਦਦ ਕਰਨਾ ਚਾਹੁੰਦਾ ਅਤੇ ਨਾਲੇ ਨਾਲ ਤੁਸੀਂ ਅਫਰੀਕਨ ਕੰਟਰੀਜ਼ ਹੀ ਘੁੰਮ ਸਕਦੇ ਹੋ ਜਾਂ ਤੁਸੀਂ ਕੈਨਿਆ ਦੇਖ ਸਕਦੇ ਹੋ, ਤਾਂ ਐਨੀਬਡੀ ਇੰਟਰਸਟਡ ਕੈਨ ਸਾਈਨ ਅਪ। ਹੁਣ ਜੇ ਤੁਸੀਂ ਦੇਖਿਆ ਜਾਵੇ ਤਾਂ ਪਿਛਲੇ ਸਾਲਾਂ ਦੇ ਵਿੱਚ ਇਹ EMPLOYEES ਆਪਣੇ ਆਪ ਕਰਦੇ ਰਹੇ ਆ, ਉਹ ਆਪ ਬਾਹਰ ਜਾਂਦੇ ਸੀਗੇ, ਕੋਈ ਇਹੋ ਜਿਹੀ ਓਪਰਚੁਨਿਟੀ ਲੱਭਦੇ ਸੀਗੇ, ਫਿਰ ਉਹ ਕੰਮ 'ਤੇ ਵਾਪਸ ਆਉਂਦੇ ਸੀ, EMPLOYER ਕਹਿੰਦਾ ਸੀਗਾ 6 ਮਹੀਨੇ ਨਹੀਂ ਆਫ ਮਿਲਣੇ, ਦੈਨ ਦੇ ਵੁੱਡ ਕੁਇਟ
and then they would go do this on their own. ਕਿਉਂਕਿ ਉਹ ਪੈਸ਼ਨ ਸੀ ਉਹਨਾਂ ਦਾ। ਉਹਨਾਂ ਦਾ ਪੈਸ਼ਨ ਸੀ। ਪਰ ਹੁਣ ਜਿਹੜੇ ਕੰਪਨੀਜ਼ ਆ ਉਹ ਸਮਾਰਟ ਆ, ਉਹਨਾਂ ਨੂੰ ਪਤਾ ਜੇ ਅਸੀਂ ਇਹਨਾਂ ਨੂੰ ਫਾਇਰ ਕੀਤਾ ਸਾਨੂੰ ਦੁਬਾਰਾ ਬੰਦਾ ਲੱਭਣਾ ਪੈਣਾ, ਉਹਨੂੰ ਹਾਇਰ ਕਰਨ ਲਈ ਪੈਸੇ ਲੱਗਣਗੇ, ਉਹਨੂੰ ਟ੍ਰੇਨ ਕਰਨ ਲਈ ਪੈਸੇ ਲੱਗਣਗੇ, ਪਹਿਲੇ ਸਾਲ ਉਹ ਗਲਤੀਆਂ ਵੀ ਕਰੂਗਾ, ਇਹੋ ਜਿਹਾ ਕੰਮ ਕਰੇ ਨਾ ਕਰੇ। ਐਗਜ਼ੈਕਟਲੀ, ਉਹਦੀ ਕੋਈ ਗਾਰੰਟੀ ਨਹੀਂ ਹੈਗੀ। ਇਦੋਂ ਤਾਂ ਵਧੀਆ ਇਹੀ ਆ ਅਸੀਂ ਆਪਣੇ ਖਰਚੇ ਤੇ 6 ਮਹੀਨੇ ਲਈ ਇਹਨਾਂ ਨੂੰ ਭੇਜ ਦਿੰਦੇ ਆ, ਨਾਲੇ ਕੰਪਨੀ ਦੀ ਵਾਹ ਹੋ ਜੂਗੀ, ਵਧੀਆ ਪਬਲਿਸਿਟੀ ਹੋ ਜੂਗੀ ਕੰਪਨੀ ਦੀ। ਬਿਲਕੁਲ ਜੀ, ਉਹਨਾਂ ਦੇ EMPLOYEE ਇੱਥੇ ਵੋਲੰਟੀਅਰ ਕਰਨ ਆਉਂਦੇ। ਐਗਜ਼ੈਕਟਲੀ, ਤੇ ਨਾਲੇ ਜਿਹੜੀ ਉਹਨਾਂ ਦੀ ਅੰਡਰਸਟੈਂਡਿੰਗ ਹੁੰਦੀ ਹੈ ਆਰਗੇਨਾਈਜੇਸ਼ਨਸ ਦੇ ਨਾਲ, ਉਹਨਾਂ ਨੂੰ ਤਾਂ ਇੰਨਾ ਮਹਿੰਗਾ ਪੈਂਦਾ ਹੀ ਨਹੀਂ ਜਿੰਨਾ ਇੰਡੀਵਿਜੂਅਲ ਨੂੰ ਮਹਿੰਗਾ ਪੈਣਾ। ਜੇ ਉਹ ਕੰਮ ਆਪ ਜਾ ਕੇ ਇਹ ਟ੍ਰਿਪ ਕਰੂਗਾ 6 ਮਹੀਨਿਆਂ ਦਾ, ਉਹਨਾਂ ਨੂੰ ਜ਼ਿਆਦਾ ਮਹਿੰਗਾ ਪੈਣਾ, ਕੰਪਨੀ ਨੂੰ ਬਹੁਤਾ ਫਰਕ ਨਹੀਂ ਪੈਣਾ, ਉਹਨਾਂ ਨੂੰ ਵਧੀਆ ਡੀਲਸ ਮਿਲ ਜਾਂਦੀਆਂ ਨੇ। ਤੇ ਇਸ ਤਰ੍ਹਾਂ ਦੇ ਨਾਲ ਅੱਜ ਕੱਲ੍ਹ ਕੰਪਨੀਜ਼ ਬਹੁਤ ਇਹੋ ਜਿਹੀਆਂ ਚੀਜ਼ਾਂ ਆਫਰ ਕਰਨ ਲੱਗ ਗਈਆਂ ਨੇ ਆਪਣੀ ਬਿਲਡਿੰਗਸ ਦੇ ਵਿੱਚ ਜਾਂ ਆਪਣੇ ਪ੍ਰੋਗਰਾਮਸ ਦੇ ਵਿੱਚ ਵੀ ਜਿਹੜੇ ਕੰਮ ਆ, ਮੈਂ ਕਹੂੰਗੀ ਮੇਰੀ ਓਪੀਨੀਅਨ ਦੇ ਮੁਤਾਬਿਕ ਇੱਕ ਤਰ੍ਹਾਂ ਦੀ ਉਹਨਾਂ ਨੂੰ ਇਲੂਜ਼ਨ ਰਹਿੰਦੀ ਆ ਕਿ ਸਾਡੀ ਆਪਣੀ ਵੀ ਕੋਈ ਲਾਈਫ ਹੈਗੀ ਆ। ਸਪੈਸ਼ਲੀ ਜਿਹੜੀਆਂ ਵੱਡੀਆਂ ਕਾਰਪੋਰੇਸ਼ਨਸ ਨੇ, ਉਹਨਾਂ ਨੇ ਆਪਣੇ ਦਫ਼ਤਰਾਂ ਦੇ ਵਿੱਚ ਜਿਮ ਖੋਲ੍ਹ ਲਏ। ਇਲੂਜ਼ਨ ਵੀ ਰਹਿੰਦੀ ਹੋਣੀ ਆ। ਹਾਂਜੀ, ਪਰ ਉਹਨਾਂ ਨੂੰ ਉਹ ਰੀਜ਼ਨੇਬਲ ਫਰੀडम ਵੀ ਦੇ ਦਿੰਦੇ ਆ। ਹਾਂਜੀ, ਪੈਸੇ ਵੀ ਮਿਲਦੇ ਰਹਿੰਦੇ ਆ। ਰਾਈਟ, ਉਹਨਾਂ ਖਤਰਾ ਵੀ ਨਹੀਂ ਉਹਨਾਂ ਨੂੰ ਮੁੱਲ ਲੈਣਾ ਪੈਂਦਾ। ਇਹ ਤਾਂ ਹੈ। ਮੁੜ ਕੇ ਆਉਂਦਿਆਂ ਨੂੰ ਜੌਬ ਫਿਰ ਸੁਰੱਖਿਅਤ ਆ ਉਹਨਾਂ ਦੀ। ਹਾਂਜੀ, that's very true। ਪਰ ਜਿਹੜੇ EMPLOYEES ਆ ਉਹਨਾਂ ਨੂੰ ਫਿਰ ਵੀ ਸੋਚਣਾ ਚਾਹੀਦਾ ਹਰ 1-2 ਸਾਲਾਂ ਬਾਅਦ ਕਿ ਮੇਰਾ ਕੀ ਰੁਤਬਾ ਆ ਇਸ ਕੰਪਨੀ ਦੇ ਵਿੱਚ, ਤੇ ਮੇਰਾ ਵਰਕ ਲਾਈਫ ਬੈਲੈਂਸ ਹੈ ਕਿਹੋ ਜਿਹਾ। ਕਿਉਂਕਿ ਹਾਂਜੀ, ਬਹੁਤ ਜ਼ਰੂਰੀ ਆ ਜਿਮ ਜਾਣਾ, ਬਹੁਤ ਜ਼ਰੂਰੀ ਆ ਜੇ ਤੁਸੀਂ ਮਦਰੋਂ ਬਾਕੀ ਮਦਰਸ ਦੇ ਨਾਲ ਕਿਸੇ ਗਰੁੱਪ ਬਣਾ ਕੇ ਤੁਸੀਂ ਸਾਂਝਾ ਕਰ ਰਹੇ ਹੋ ਟਿਪਸ। ਪਰ ਅੱਜ ਕੱਲ੍ਹ ਇਹ 2-3 ਚੀਜ਼ਾਂ ਕੰਪਨੀਜ਼ ਦੇ ਅੰਦਰ ਹੀ ਚੱਲ ਰਹੀਆਂ ਨੇ। ਜਿਮਸ ਕੰਪਨੀ ਦੇ ਅੰਦਰ ਖੁੱਲ੍ਹ ਗਏ ਆ, ਚਾਈਲਡ ਕੇਅਰ ਕੰਪਨੀਜ਼ ਦੇ ਅੰਦਰ ਆ, ਆਲ ਯੂ ਕੈਨ ਈਟ ਬਫੇ, ਜਿੰਨਾ ਮਰਜ਼ੀ ਖਾ ਲਓ, ਪੈਸੇ ਨਹੀਂ ਦੇਣੇ, ਤੁਹਾਡੀ ਸੈਲਰੀ 'ਚ ਇਨਕਲੂਡਡ ਆ, ਕੈਫੇਟੇਰੀਆ ਇਨਕਲੂਡਡ ਆ। ਜਿਹੜੀਆਂ ਕੰਪਨੀਜ਼ ਦੇ ਵਿੱਚ ਮਦਰਸ ਕੰਮ ਕਰ ਰਹੀਆਂ ਹੁੰਦੀਆਂ ਨੇ, ਉਹ ਇਕੱਠੇ ਹੋ ਕੇ ਮੌਮਸ ਗਰੁੱਪ ਬਣਾ ਲੈਂਦੀਆਂ ਨੇ, ਚੈਟ ਬਣਾ ਲੈਂਦੀਆਂ। ਹੁਣ ਸੋਚਣ ਲਈ ਤਾਂ ਤੁਸੀਂ ਸੋਚੋਗੇ ਕਿ ਇਹ ਤਾਂ ਚੀਜ਼ਾਂ ਮੇਰੀਆਂ ਪਰਸਨਲ ਆਈਡੈਂਟੀਟੀ ਦੇ ਨਾਲ ਹੀ ਸੰਬੰਧਿਤ ਆ, ਹੈ ਨਾ। ਇਹੀ ਆਪਾਂ ਗੱਲ ਕਰ ਰਹੇ ਸੀਗੇ ਪਹਿਲਾਂ। ਬਟ ਜੇ ਤੁਸੀਂ ਵੱਡੇ ਨਜ਼ਰੀਏ ਨਾਲ ਦੇਖੋ, ਇਹ ਐਕਚੁਅਲੀ ਸਭ ਕੁਛ ਉਸ ਕੰਪਨੀ ਦੇ ਵਿੱਚ ਹੀ ਸੀਮਤ ਰਹਿ ਗਿਆ। ਤੁਸੀਂ ਉਸ ਕੰਪਨੀ ਤੋਂ ਬਾਹਰ ਆ ਕੇ ਤਾਂ ਕੁਛ ਕੀਤਾ ਨਹੀਂ, ਤੁਸੀਂ ਕਿਸੇ ਨਵੇਂ ਇਨਸਾਨ ਨੂੰ ਤਾਂ ਮਿਲੇ ਨਹੀਂ। ਤੁਹਾਡੀ ਤਾਂ ਸਾਰੀ ਦੀ ਜ਼ਿੰਦਗੀ ਇਨਗਲਫ ਕਰ ਲਈ ਉਸ ਕੰਪਨੀ, ਇਨਗਲਫ ਕਰ ਰਹੀ। ਤੇ ਸਪੈਸ਼ਲੀ ਜਿਹੜੇ ਹੁਣ ਦੀ ਜਨਰੇਸ਼ਨ ਆ, ਤਾਂ ਹੀ ਉਹਨਾਂ ਨੂੰ ਜਿਹੜੀਆਂ ਕੋਰਪੋਰੇਟ ਜੌਬਸ ਆ ਉਹ ਇੰਨੀਆਂ ਨਹੀਂ ਉਹਨਾਂ ਨੂੰ ਇੰਟਾਈਸ ਕਰਦੀਆਂ ਜਿੰਨੀਆਂ ਪ੍ਰੀਵੀਅਸ ਜਨਰੇਸ਼ਨਸ ਨੂੰ ਕਰਦੀਆਂ ਸੀ। ਕਿਉਂਕਿ ਉਹਨਾਂ ਨੂੰ ਇਹ ਨਜ਼ਰ ਆਉਂਦਾ ਆ ਕਿ ਜਿਹੜੀਆਂ ਕੋਰਪੋਰੇਸ਼ਨਸ ਨੇ ਉਹਨਾਂ ਕੋਲ ਰੀਸੋਰਸਿਸ ਹੈਗੇ ਆ, ਉਹਨਾਂ ਕੋਲ ਵੱਡੇ ਦਰਜੇ ਉੱਪਰ ਸਕੇਲ ਉੱਪਰ ਬਹੁਤ ਕੁਛ ਅਵੇਲੇਬਲ ਆ, ਅਤੇ ਉਹ ਤੁਹਾਨੂੰ ਆਪਾਂ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਪਟਾ ਸਕਦੇ ਆ। ਉਹ ਤੁਹਾਨੂੰ ਇਹ ਸਭ ਕੁਛ ਦਿਖਾ ਕੇ they can reel you in। I remember ਜਦੋਂ ਮੈਂ ਬਹੁਤ ਖੁਸ਼ ਸੀ ਜਦੋਂ ਮੇਰੀ ਪਹਿਲੀ ਨੌਕਰੀ ਲੱਗੀ ਸੀਗੀ, ਮੈਂ ਕਿਹਾ ਸੀਗਾ this is a decent salary, I like it। ਐਂਡ ਮੇਰੇ ਡੈਡ ਨੇ ਮੈਨੂੰ ਕਿਹਾ ਸੀ ਪਰ ਤੈਨੂੰ ਇਹ ਪਤਾ ਵੀ ਉਹ ਤੇਰੇ ਤੋਂ ਕਿੰਨੇ ਪੈਸੇ ਬਣਾ ਰਹੇ ਆ, ਕਿ ਤੂੰ ਉਹਨਾਂ ਨੂੰ ਕਿੰਨਾ ਪ੍ਰੋਫਿਟ ਕਮਾ ਕੇ ਦੇ ਰਹੀ ਆ। ਸੋ ਹਮੇਸ਼ਾ ਇਸ ਚੀਜ਼ ਨੂੰ ਆਪਣੇ ਜ਼ਹਿਨ ਦੇ ਵਿੱਚ ਰੱਖਣਾ ਹੀ ਚਾਹੀਦਾ ਆ। ਇਹ ਕਾਮਨ ਕੁਐਸਚਨ ਹੈ ਇੱਕ ਆਮ ਲੋਕਾਂ ਦੇ, ਜੇ ਕੋਈ EMPLOYEE ਗੁੱਡ ਪ੍ਰੋਡਕਟਿਵ EMPLOYEE ਆ, ਕਿ ਤੂੰ ਤਾਂ ਇੰਨੇ ਪੈਸੇ ਉਹਨੂੰ ਬਣਾ ਕੇ ਦੇ ਰਿਹਾ, ਹਾਂਜੀ, ਤੈਨੂੰ ਤਾਂ ਇੰਨੇ ਪੈਸੇ ਮਿਲ ਰਹੇ, ਤੈਨੂੰ ਪਤਾ ਤੂੰ ਕਿੰਨੇ ਪੈਸੇ ਬਣਾ ਕੇ ਦੇ। ਪਰ ਭਲਿਆ ਮਾਨਸ ਆ, ਉਹਨਾਂ ਦੇ ਰਿਸੋਰਸਿਸ ਵੀ ਆ, ਉਹਨਾਂ ਦੀਆਂ ਇਨਵੈਸਟਮੈਂਟਸ ਵੀ ਨੇ। ਤੇਰੇ ਕੋਲ ਤਾਂ ਕੁਛ ਵੀ ਨਹੀਂ, ਤੇਰੇ ਕੋਲ ਤਾਂ ਤੇਰਾ ਬੈਕਪੈਕ ਆ, ਹਾਂਜੀ, ਲੈ ਕੇ ਜਿੱਥੇ ਮਰਜ਼ੀ ਚਲੇ ਜਾਏਗਾ। ਪਰ ਜਿਹੜੀਆਂ ਵੱਡੀਆਂ ਕੰਪਨੀਜ਼ ਨੇ ਉਹ ਕਿੰਨਾ ਉਹਦੇ 'ਚ ਸਮਾਂ ਇਨਫਰਾਸਟਰਕਚਰ ਲਈ ਇਨਵੈਸਟ ਕਰਦੀਆਂ ਨੇ, ਬ੍ਰਾਂਡ ਕ੍ਰੀਏਟ ਕਰਦੀਆਂ ਨੇ। ਆਫ ਕੋਰਸ ਉਹਦੇ 'ਚ ਕੰਟਰੀਬਿਊਸ਼ਨ ਹੈਗੀ EMPLOYEES ਦੀ। So it's, I think, both ways. It is 100% both ways। ਤੇ ਇਸੇ ਲਈ ਹੁਣ ਮੈਂ ਕਹੂੰਗੀ ਇੱਕ ਟ੍ਰਾਂਜੀਸ਼ਨ ਪੀਰੀਅਡ ਚੱਲ ਰਿਹਾ ਮਿਸਟਰ ਥਿੰਦ, ਖਾਸ ਕਰ ਪੈਂਡੈਮਿਕ ਤੋਂ ਬਾਅਦ, ਜਦੋਂ ਕਾਮੇ ਵੀ ਕੁਝ ਚੀਜ਼ਾਂ ਰੀਅਲਾਈਜ਼ ਕਰ ਚੁੱਕੇ ਆ, ਕੰਪਨੀਜ਼ ਵੀ ਕੁਝ ਚੀਜ਼ਾਂ ਰੀਅਲਾਈਜ਼ ਕਰ ਚੁੱਕੀਆਂ। ਅਤੇ ਹੁਣ ਇਹ ਟ੍ਰਾਂਜੀਸ਼ਨ ਪੀਰੀਅਡ ਦੇ ਵਿੱਚ ਕਾਮੇ ਅਤੇ ਕੰਮ ਕਰਾਉਣ ਵਾਲੇ ਇੱਕ ਬੈਲੈਂਸ ਲੱਭਣ ਦੀ ਕੋਸ਼ਿਸ਼ ਕਰ ਰਹੇ ਆ, ਬਈ ਅਸੀਂ ਕੀ ਆਫਰ ਕਰ ਸਕਦੇ ਹਾਂ। ਤੇ ਜਿਵੇਂ ਕੰਪਨੀਆਂ ਕਹਿ ਰਹੀਆਂ ਕਿ ਹੁਣ ਦੇਖੋ ਪੈਂਡੈਮਿਕ ਖਤਮ ਹੋ ਗਿਆ, ਵਾਪਸ ਆ ਜਾਓ ਕੰਮਾਂ 'ਤੇ ਜੀ, ਦਫ਼ਤਰਾਂ 'ਚ ਆਓ, ਸੁਪਰਵਾਈਜ਼ਰ ਤੁਹਾਨੂੰ ਸੁਪਰਵਾਈਜ਼ ਕਰੇ ਜਿਵੇਂ ਕੰਮ ਕਰਦੇ ਸੀ ਕਰੋ। ਉਹ ਕਹਿੰਦੇ ਨੋ, ਤੁਸੀਂ ਦੇਖੋ ਤਾਂ ਸਹੀ, ਅਸੀਂ ਕੰਮ ਪੂਰਾ ਕਰਦੇ ਰਹੇ ਹਾਂ, ਸੁਪਰਵਾਈਜ਼ਰ ਤਾਂ ਹੈ ਹੀ ਨਹੀਂ ਸੀ ਜੀ, ਮੈਂ ਤਾਂ ਆਪਣੇ ਬੈਡਰੂਮ 'ਚੋਂ ਕੰਮ ਕਰਦੀ ਸੀ, ਸਾਨੂੰ ਲੋੜ ਨਹੀਂ ਗੀ ਉੱਥੇ ਜਾਣ ਦੀ। ਹੁਣ ਇਸ ਕਿਸੇ ਨੂੰ ਕਿਤੇ ਇਕੁਇਲਿਬਰੀਅਮ ਜਿਹੜਾ ਇਹ
ਹਾਲੇ ਸੂਤ ਤੇ ਨਹੀਂ ਆਇਆ, ਉਹ ਜ਼ਿੱਦ ਕਰ ਰਹੇ ਨੇ, ਜ਼ਿੱਦ ਨੇ ਕਿ ਛੇਤੀ ਇੱਥੇ ਆਓ ਦਫ਼ਤਰ 'ਚ। ਉਹ ਕਹਿੰਦੇ ਨਹੀਂ ਹੁਣ ਮੇਰਾ ਖਿਆਲ ਕੁਝ ਕੰਪਨੀਆਂ ਕਹਿ ਰਹੀਆਂ ਕਿ 3 ਦਿਨ ਘਰੋਂ ਕਰ ਲਓ, ਚਲੋ 2 ਦਿਨ ਆ ਜਾਇਆ ਕਰੋ, ਕਿ ਕੋਈ ਨਾ ਕੋਈ ਕਨੈਕਸ਼ਨ ਤਾਂ ਤੁਹਾਡਾ ਕੰਪਨੀ ਨਾਲ ਬਣਿਆ ਰਹੇ ਨਾ, ਨਹੀਂ ਤਾਂ ਤੁਸੀਂ ਐਬਸੈਂਟੀ ਵਰਕਰ ਹੋ, ਕੰਮ ਕਰਕੇ ਦੇ ਹੀ ਜਾਂਦੇ ਹੋ ਤੁਸੀਂ, ਮੈਂ ਤਾਂ ਕਦੇ ਤੁਹਾਨੂੰ ਮਿਲਦਾ ਹੀ ਨਹੀਂ ਜਾਂ ਤੁਸੀਂ ਕਦੇ ਮਿਲਦੇ ਹੀ ਨਹੀਂ। ਕਿਸ ਤਰੀਕੇ ਨਾਲ ਕੰਮ ਕਰਦੇ ਹੋ? ਕਈ ਮੇਰਾ ਖਿਆਲ ਹੈ ਕੰਪਨੀਆਂ ਨੂੰ ਇਹ ਖਬਤ ਵੀ ਆ ਕਿ ਉਹ ਦੇਖਣਾ ਚਾਹੁੰਦੇ ਆ ਕਿ ਕੰਮ ਕਿਵੇਂ ਕਰ ਰਹੇ ਆ, ਪਰ ਐਜ਼ ਲੌਂਗ ਐਜ਼ ਤੁਹਾਡੀ ਪ੍ਰੋਡਕਸ਼ਨ ਠੀਕ ਆ, ਮੇਰਾ ਖਿਆਲ ਆ ਕਈ ਕੰਪਨੀਆਂ ਕਹਿੰਦੀਆਂ ਦੇ ਦਿਓ ਇਹਨਾਂ ਨੂੰ ਛੁੱਟੀ, ਕਰੀ ਜਾਣ ਘਰੋਂ ਕੰਮ। ਪਰ ਕਈ ਕੰਮ ਇਹੋ ਜਿਹੇ ਆ ਜਿਹੜੇ ਤੁਹਾਨੂੰ ਉੱਥੇ ਬਿਲਡਿੰਗ 'ਚ ਜਾ ਕੇ ਕਰਨੇ ਪੈਣੇ ਆ। ਹਾਂਜੀ, ਕਿ ਇਹੋ ਜਿਹੀ ਇਕਵਿਪਮੈਂਟ ਲੱਗੀ ਆ, ਕੋਈ ਮਸ਼ੀਨਰੀ ਆ, ਕੋਈ ਜਿੱਥੇ ਤੁਸੀਂ ਕੰਮ ਕਰਨਾ, ਉਹ ਥੋੜ੍ਹੀ ਤੁਹਾਨੂੰ ਘਰੋਂ ਦੇ ਸਕਦੇ ਨੇ। ਹਾਂਜੀ, ਉਹ ਤਾਂ ਉਦੋਂ ਵੀ ਨਹੀਂ ਸੀ ਕਰਦੇ। ਪਰ ਜਿਹੜਾ ਪੇਪਰ ਵਰਕ ਆ ਜਾਂ ਕੰਪਿਊਟਰਸ 'ਤੇ ਕੰਮ ਕਰਨ ਵਾਲਾ, ਲੈਪਟਾਪ 'ਤੇ ਕੰਮ ਕਰਨ ਵਾਲਾ, ਉਸ ਕਿਸਮ ਦੀ ਪ੍ਰੋਡਕਸ਼ਨ ਆ ਉਹ ਦਿੱਤੀ ਜਾ ਸਕਦੀ ਆ। ਸੋ ਉਹ ਬੈਲੈਂਸ ਹਾਲੇ ਮੇਰਾ ਖਿਆਲ ਆ ਪੂਰਾ ਸਥਾਪਿਤ ਨਹੀਂ ਹੋਇਆ। ਪੂਰਾ ਨਹੀਂ ਸਥਾਪਿਤ ਹੋਇਆ, ਪਰ ਹੋ ਰਿਹਾ। ਜਿਵੇਂ ਮੈਂ ਆਪਣੀ ਹੀ ਗੱਲ ਕਰਾਂ, ਪੈਂਡੈਮਿਕ ਤੋਂ ਪਹਿਲਾਂ ਮੇਰਾ ਮੈਨੇਜਰ ਸੀ, ਪੈਂਡੈਮਿਕ ਤੋਂ ਬਾਅਦ ਮੇਰਾ ਕੋਈ ਮੈਨੇਜਰ ਨਹੀਂ ਮੇਰੀ ਕੰਪਨੀ ਦੇ ਵਿੱਚ। ਮੈਨੇਜਰ ਦੀ ਪੂਰਾ ਉਹਨਾਂ ਨੇ ਉਹੀ ਚੱਕਤਾ ਕਿ ਦੇਰ ਇਜ਼ ਨੋ ਮੈਨੇਜਰਸ, ਨੋ ਸੁਪਰਵਾਈਜ਼ਰਸ, ਐਵਰੀਬਡੀ ਇਜ਼ ਵਰਕਿੰਗ ਔਨ ਦੇਅਰ ਓਨ। ਪੈਂਡੈਮਿਕ ਤੋਂ ਪਹਿਲਾਂ ਮੈਨੂੰ ਇੱਕ ਐਕਸੈਲ ਸ਼ੀਟ ਭਰਨੀ ਪੈਂਦੀ ਸੀ ਜੇ ਮੈਂ ਛੁੱਟੀ ਲੈਣੀ ਆ, 2 ਲੋਕਾਂ ਨੂੰ ਪੁੱਛਣਾ ਪੈਂਦਾ ਸੀ ਵੀ ਆਹ ਡੇਟ ਠੀਕ ਆ। ਪੈਂਡੈਮਿਕ ਤੋਂ ਬਾਅਦ ਮੈਨੂੰ ਬੜਾ ਅਜੀਬ ਲੱਗਿਆ। ਉਹ ਕਹਿੰਦੇ ਵੀ ਜਦੋਂ ਛੁੱਟੀ ਲੈਣੀ ਹੈ ਲੈ ਲਓ, ਬਸ ਸਾਨੂੰ ਦੱਸ ਦਿਓ ਬਈ ਮੈਸੇਜ ਭੇਜ ਦਿਓ ਤਾਂ ਕਿ HR ਨੂੰ ਪਤਾ ਹੋਵੇ, ਹਿਊਮਨ ਰਿਸੋਰਸਿਸ ਨੂੰ, ਬਟ ਸਿਰਫ HR ਟੀਮ ਨੂੰ ਪਤਾ, ਕੋਈ ਮੈਨੇਜਰ ਨਹੀਂ ਜਿਹਨੂੰ ਪੁੱਛਣਾ। ਅਤੇ ਮੈਂ ਕਿਹਾ ਵੀ ਪਰ ਜੇ ਕੋਈ ਇੰਪੋਰਟੈਂਟ ਡੇਟ ਹੋਈ, ਉਹ ਕਹਿੰਦੇ 50-60 ਲੋਕੀ ਹੈਗੇ ਆ ਕੰਪਨੀ ਵਿੱਚ ਜਿਹੜੇ ਮੈਨੇਜ ਕਰ ਸਕਦੇ ਆ, ਇਟਸ ਓਕੇ, ਜੇ ਇਫ ਯੂ ਨੀਡ ਟੂ ਟੇਕ ਦੈਟ ਡੇ ਆਫ, ਟੇਕ ਇਟ ਆਫ। ਬਹੁਤ ਇਹੀ ਨਵੀਂ ਗੱਲ ਸੁਣਨ ਨੂੰ ਮਿਲੀ। ਇੱਕ ਹੋਰ ਬਹੁਤ ਨਵੀਂ ਗੱਲ ਸੁਣਨ ਨੂੰ ਮਿਲੀ ਪੈਂਡੈਮਿਕ ਤੋਂ ਬਾਅਦ, ਜੇ ਤੁਸੀਂ ਕ੍ਰਿਸਮਸ ਨਹੀਂ ਮਨਾਉਂਦੇ, ਤੁਸੀਂ ਕ੍ਰਿਸਮਸ ਦੀ ਜਗ੍ਹਾ ਆਪਣੀ ਛੁੱਟੀ ਯੂਜ਼ ਕਰ ਸਕਦੇ ਹੋ ਦੀਵਾਲੀ ਲਈ। ਬਹੁਤ ਹੀ ਨਵੀਂ ਗੱਲ ਜਿਹੜੀ ਪਹਿਲਾਂ ਕਦੇ ਅਸੀਂ ਨਾ ਸੋਚੀ ਸੀ, ਬਿਕਾਜ਼ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਅਸੀਂ ਜ਼ਿਆਦਾਤਰ ਕ੍ਰਿਸਚਨ ਕੈਲੰਡਰ ਹੀ ਫੋਲੋ ਕਰਦੇ ਹਾਂ, ਜਿਹੜੀਆਂ ਨੈਸ਼ਨਲ ਹੌਲੀਡੇਜ਼ ਨੇ। ਸੋ ਬਦਲਾਓ ਆ ਰਹੇ ਆ, ਕਿਹੜੇ ਬਦਲਾਓ ਰਹਿਣਗੇ, ਕਿਹੜੇ ਬਦਲਾਓ ਨਹੀਂ ਰਹਿਣਗੇ, ਇਹ ਤਾਂ ਆਉਣ ਵਾਲੇ ਸਮੇਂ 'ਚ ਹੀ ਪਤਾ ਚੱਲੂਗਾ। ਪਰ ਜਿਹੜੇ ਕੰਮ ਆ ਅਤੇ ਇੰਪਲੋਈਜ਼, ਉਹਨਾਂ ਨੂੰ ਜਾਗਰੂਕ ਰਹਿਣਾ ਚਾਹੀਦਾ ਅਤੇ ਇਨਫੋਰਮਡ ਰੱਖਣਾ ਚਾਹੀਦਾ ਆਪਣੇ ਆਪ ਨੂੰ ਕਿ ਬਾਕੀ ਹੋਰ ਕੰਪਨੀਆਂ ਦੇ ਵਿੱਚ ਕੀ ਹੋ ਰਿਹਾ। ਸਿਰਫ ਆਪਣੇ ਕਿੱਤੇ 'ਤੇ ਸਿਰਫ ਆਪਣੀ ਕੰਪਨੀ ਦੇ ਵਿੱਚ ਹੀ ਨਾ ਸੀਮਤ ਰਹੋ। ਖੋਪੇ ਲਾ ਕੇ ਘਰੋਂ ਕੰਮ ਤੇ ਕੰਮ ਤੋਂ ਕਰੇ, ਹਾਂਜੀ, ਉਹ ਨਹੀਂ। ਮੇਰਾ ਖਿਆਲ ਆ ਦੂਸਰੀ ਵੀ ਕੌਨਸ਼ੀਅਸ ਰਹਿਣਾ ਚਾਹੀਦਾ ਕਿ ਕੀ ਚੇਂਜਸ ਆ ਰਹੀਆਂ ਪ੍ਰੋਫੈਸ਼ਨ ਦੇ ਵਿੱਚ। ਹਾਂਜੀ ਜੀ। ਨੈਨਾ ਗਰੇਵਾਲ ਜੀ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਥੈਂਕ ਯੂ ਮਿਸਟਰ ਥਿੰਦ। ਸੁਣਨ ਵਾਲਿਆਂ ਦਾ ਵੀ ਧੰਨਵਾਦ।